ਇਹੋ जी आ गई कि मतलब मेरा इन्ना बुरा हाल हो गया कि मैं बैठ भी नहीं पा रही और खड़ी भी नहीं हो पा रही। मतलब मैनू बेहोशी की हालत चली गई है, जिवें कि मैं पूरी तरह हथ पैर ठंडे हो गए ते मैं डिगे। मेरी कंडीशन देखते हैं कि पेशेंट इन्ने टाइम तो प्रॉब्लम दे विच है ते तुसीं इहनूं हुण लैके आए हो हॉस्पिटल। तपा कीती है कि तुसीं ज्यादा सियाणे हो, जिवें कि डॉक्टर कहते हैं कि असीं मतलब एवें बैठे हैं इत्थे, सानूं नहीं पता गा। उन्हां नूं एक बार पेन रोकण दी ड्रिप लगी हुई है, पेन ज्यादा टाइम नहीं इन्हां दा रुक सकदा। तो डॉक्टर कहते भी पेशेंट की कंडीशन नहीं है कि तुहाडे नाल बाइक ते बैठ के ये पीछे जावे जां पहला तुसीं ले आए हो, पता नहीं किस तरह बैठ के आई है। भी कॉम्प्लीकेशन है, सो थोड़ी जी भी मतलब केस है जिहड़ा कॉम्प्लीकेटेड है। मैं भी कुछ कह नहीं सकती। एक दो रिपोर्ट ब्लड दियां भी करवाओ। तो मेरा यूरिन एंड ब्लड टेस्ट होया, ਉਹਨੂੰ देख के भी डॉक्टर ने ही किया मैं क्यों गोद पवावां। हाँ बच्चे रखने तुसीं रखो, बच्चे पालने आ वो भी पल जाणगे। पर ਇਹ ਕੀ ਹੋਇਆ ਮੈਨੂੰ ਇਹਨਾਂ ਨੇ मतलब ਪੜੋਸੀਆਂ ਨੇ ਜਿਵੇਂ ਦੱਸਣਾ ਸ਼ੁਰੂ ਕੀਤਾ ਕਿ ਇਹ ਤੁਹਾਨੂੰ ਕਾਸੇ ਦੇ ਵਿੱਚ ਇਹ ਗੋਲੀਆਂ ਪਾ ਕੇ ਟੇਬਲੇਟ ਚੀਜ਼ ਆਉਣੀ ਸ਼ੁਰੂ ਹੋ ਗਈ ਕਿ ਜੋ ਮੈਂ ਫੇਸ ਕੀਤਾ ਮੇਰੀ ਦਾਦੀ ਨੇ ਮੇਰੇ ਨਾਲ ਕੀਤਾ ਕਿ ਉਹ ਮੇਰੀ ਗੁੜੀਆ ਦੇ ਨਾਲ ਵੀ ਇਸ ਤਰ੍ਹਾਂ ਇਹ ਕਰਨਗੇ। ਮੇਰੀ ਗੁੜੀਆ ਦੀ ਵੀ ਸ਼ਾਇਦ ਉਹੀ ਜਗ੍ਹਾ ਹੈ ਜੋ ਮੇਰੀ ਜਗ੍ਹਾ ਸੀ, ਮੇਰੇ ਦਾਦੀ ਹੋ ਗਈ ਹੈ। ਪਹਿਲਾਂ ਮੈਨੂੰ ਕਹਿੰਦੇ ਸੀਗੇ ਕਿ ਤੂੰ ਬਦਨਸੀਬ ਹੈ, ਤੂੰ ਮਾੜੀ ਹੈ, ਸਾਡੇ ਲਈ ਅਨਲੱਕੀ ਹੈ ਕਿਉਂਕਿ ਤੂੰ ਤੇਰੇ ਆਉਣ ਤੋਂ 1 ਮਹੀਨਾ ਬਾਅਦ ਸਾਡੀ ਕੁੜੀ ਨੇ ਸੁਸਾਈਡ ਕਰ ਲਿਆ ਕਿਉਂਕਿ ਮੇਰੀ ਨਨਦ ਮੈਰਿਡ ਸੀ, ਉਹਨਾਂ ਦੇ ਕੁਝ ਆਪਣੇ ਪਰਸਨਲ ਇਸ਼ੂ ਮੈਨੂੰ ਆਪਣੇ ਪੇਕੇ ਪੈਂਦਾ ਕਿਉਂਕਿ ਇਹ ਆਪਣੀ ਗੁੜੀਆ ਨੂੰ ਵੀ ਦਵਾਈ ਨਹੀਂ ਦਵਾਉਂਦੇ ਸੀ। ਹੁਣ ਮੈਨੂੰ ਤਾਂ ਦਵਾਈ ਨਹੀਂ ਦਵਾਉਂਦੇ ਸੀ, ਆਪਣੀ ਗੁੜੀਆ ਨੂੰ ਵੀ ਬਿਮਾਰ ਨੂੰ ਇਹ ਮੈਡੀ ਤੁਸੀਂ ਟੈਸਟ ਕਰਵਾਓ। ਅਗਰ ਮੁੰਡਾ ਹੈ ਤਾਂ ਅਸੀਂ ਅਬੋਰਸ਼ਨ ਨਹੀਂ ਕਰਵਾਉਣਾ, ਅਗਰ ਕੁੜੀ ਹੈ ਤਾਂ ਤੁਸੀਂ ਇਹਦਾ ਅਬੋਰਸ਼ਨ ਕਰਵਾ ਕੇ ਦਿਓਗੇ ਸਾਨੂੰ। ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਪਿਆਰ ਭਰਾ ਸਵਾਗਤ ਹੈ ਜੀ ਚੈਨਲ ਤੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਸਾਰਿਆਂ ਦੀ ਦੀਵਾਲੀ ਬਹੁਤ ਸੋਹਣੀ ਬੀਤੀ ਹੋਣੀ ਉਮੀਦ ਕਰਦੇ ਆਂ ਤੇ ਸਾਰੇ ਜਣੇ ਨੂੰ ਇੱਕ ਰਿਕੁਐਸਟ ਹੈ ਜੀ, ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਨੂੰ ਸ਼ੇਅਰ ਕਰਿਓ, ਵੀਡੀਓ ਨੂੰ ਵਾਚ ਕਰਿਓ, ਪੂਰਾ ਵੀਡੀਓ ਨੂੰ ਲਾਈਕ ਕਰਿਓ। ਤੇ ਆਪਣੀ ਜਿਹੜੀ ਕਹਾਣੀ ਹੈ ਜੀ ਉਹ ਹੈਗੀ ਹੈ ਆਪਣੇ ਪਿੱਛੇ ਜੋ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਆਪਣਾ ਮੇਰਾ ਜਿਹੜਾ ਮਿਸਕੈਰੇਜ ਦਾ ਟਾਈਮ ਸੀ ਉੱਥੇ ਆਪਣੀ ਕਹਾਣੀ ਰੁਕੀ ਸੀ ਤੇ ਉਹਨੂੰ ਅੱਜ ਆਪਾਂ ਅੱਗੇ ਲੈ ਕੇ ਜਾਵਾਂਗੇ। ਤੇ ਹੋਇਆ ਕੁਝ ਇਸ ਤਰ੍ਹਾਂ ਕਿ ਜਦੋਂ ਮੈਨੂੰ ਮਿਸਕੈਰੇਜ ਦਾ मतलब ਮੇਰਾ ਜਿਹੜਾ ਸਵੇਰ ਦਾ ਟਾਈਮ ਸੀਗਾ ਮੈਨੂੰ ਪੇਨ ਹੋਣਾ ਸ਼ੁਰੂ ਹੋ ਗਿਆ ਤੇ ਮੈਂ 5 ਘੰਟੇ ਆਪਣੇ ਪੇਨ ਦੇ ਵਿੱਚ ਕੱਢੇ। ਪਰ ਮੈਨੂੰ ਘਰਦਿਆਂ ਨੇ ਜਿਹੜਾ ਮੇਰੇ ਸੱਸ ਸੀ ਤੇ ਮੇਰੇ ਹਸਬੰਡ ਸੀ ਉਹਨਾਂ ਨੇ ਮੈਨੂੰ ਕੋਈ ਮਾਰਨਿੰਗ ਦੇ ਟਾਈਮ ਹਸਪੀਟਲ ਨਹੀਂ ਲੈ ਕੇ ਗਏ, ਕੋਈ ਪਿੰਡ ਦੇ ਵਿੱਚੋਂ ਡਾਕਟਰ ਨੂੰ ਬੁਲਾ ਕੇ ਮੇਰਾ ਮੌਕੇ ਤੇ ਟ੍ਰੀਟਮੈਂਟ ਨਹੀਂ ਕਰਾਇਆ। ਤਾਂ ਸੱਸ ਮੇਰੀ ਇਹੀ ਕਹਿੰਦੀ ਰਹੀ ਕਿ ਇਹ ਨਾਰਮਲ ਜੀਆਂ ਗੱਲਾਂ ਆਮ ਹੋ ਜਾਂਦੀਆਂ। ਤਾਂ ਮੈਨੂੰ ਵੀ ਸ਼ਾਇਦ ਇਹ ਲੱਗਿਆ ਕਿ ਸ਼ਾਇਦ ਇਹ ਕਹਿ ਰਹੇ ਇਹਨਾਂ ਦਾ ਐਕਸਪੀਰੀਅੰਸ ਹੈ ਇਸ ਚੀਜ਼ ਦੇ ਵਿੱਚ ਤਾਂ ਇਹਨਾਂ ਨੂੰ ਜ਼ਿਆਦਾ ਪਤਾ ਹੈ। ਤਾਂ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਬਰਦਾਸ਼ਤ ਕੀਤਾ। ਪਰ ਜਦੋਂ ਮੇਰਾ ਦਰਦ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਵੀ ਇੱਕ ਸਟੇਜ ਇਹੋ ਜੀ ਆ ਗਈ ਕਿ मतलब ਮੇਰਾ ਇੰਨਾ ਬੁਰਾ ਹਾਲ ਹੋ ਗਿਆ ਕਿ ਮੈਂ ਬੈਠ ਵੀ ਨਹੀਂ ਪਾ ਰਹੀ ਔਰ ਖੜੀ ਵੀ ਨਹੀਂ ਹੋ ਪਾ ਰਹੀ। मतलब ਮੈਨੂੰ बेहोशी ਦੀ ਹਾਲਤ ਚਲੀ ਗਈ ਹੈ, ਜਿਵੇਂ ਕਿ ਮੈਂ ਪੂਰੀ ਤਰ੍ਹਾਂ ਹੱਥ ਪੈਰ ਠੰਡੇ ਹੋ ਗਏ ਤੇ ਮੈਂ ਡਿੱਗ ਜਾਨੀ ਹਾਂ। ਪਰ ਘਰਦਿਆਂ ਨੂੰ ਕੋਈ ਰੱਤੀ ਫਰਕ ਨਹੀਂ ਪੈਂਦਾਗਾ ਤਾਂ ਇਹਨਾਂ ਨੂੰ ਲੱਗਦਾ ਕਿ ਸਭ ਨਾਰਮਲ ਹੀ ਹੋਏਗਾ, ਐਦਾਂ ਉਦਾਂ ਵੈਸੇ ਹੀ ਕਰਦੀ ਹੈ ਇਹ, ਜਿਵੇਂ ਕਿ ਆਮ ਸੱਸਾਂ ਕਹਿ ਦਿੰਦੀਆਂ। ਫਿਰ ਉਸ ਤੋਂ ਬਾਅਦ ਕੀ ਹੋਇਆ ਜੀ, ਇਹ ਮੈਨੂੰ ਇਹਨਾਂ ਨੇ ਖਾਣਾ ਖਾਦਾ ਮੇਰੇ ਸਾਹਮਣੇ, ਰੋਟੀ ਬਣਾਈ ਹੈ, ਰੋਟੀ ਖਾਧੀ ਹੈ ਤਾਂ ਮੈਨੂੰ 9 ਵਜੇ ਇਹ ਹਸਪੀਟਲ ਲੈ ਕੇ ਜਾਂਦੇ ਆ ਤੇ ਮੈਨੂੰ ਇਹੀ ਕਹਿੰਦੇ ਰਹਿੰਦੇ ਆ ਕਿ ਕੋਈ ਗੱਲ ਨਹੀਂ ਹਸਪਤਾਲ ਖੋਲ ਲੈਣ ਦੋ, ਬਾਜ਼ਾਰ ਖੋਲ ਲੈਣ ਦੋ, ਫੇਰ ਹੀ ਲੈ ਕੇ ਜਾਵਾਂਗੇ। ਤਾਂ ਜਦੋਂ मतलब 9 ਵਜ ਜਾਂਦੇ ਤਾਂ ਇਹ ਮੈਨੂੰ ਉਸ ਕੰਡੀਸ਼ਨ ਦੇ ਵਿੱਚ मतलब ਬਾਈਕ ਤੇ ਬਿਠਾ ਕੇ ਲੈ ਕੇ ਜਾਂਦੇ ਆ। ਤਾਂ ਹੁਣ ਇੰਨੀ ਮੇਰੀ ਜਿਹੜੀ ਸਿਚੁਏਸ਼ਨ ਸੀ ਖਰਾਬ ਸੀ ਕਿ ਮੈਂ ਪਿੱਛੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਜਾ ਨਹੀਂ ਹੋ ਰਿਹਾ ਸੀ ਮੇਰੇ ਤੋਂ ਹਸਪੀਟਲ ਕਿ ਦਰਦ ਬਹੁਤ ਜ਼ਿਆਦਾ ਸੀ ਤੇ ਕੰਡੀਸ਼ਨ ਕਾਫੀ ਖਰਾਬ ਹੋ ਗਈ ਸੀ ਮੇਰੀ। ਪਰ ਇਹਨਾਂ ਨੇ ਮੈਨੂੰ ਮੋਟਰਸਾਈਕਲ ਤੇ ਲਿਜਾਣਾ ਹੀ ਬੈਟਰ ਸਮਝਿਆ ਤੇ ਜਦੋਂ ਮੈਨੂੰ ਹਸਪੀਟਲ ਲੈ ਕੇ ਗਏ ਤਾਂ ਮੈਨੂੰ ਰਸਤੇ ਵਿੱਚ ਵੀ ਇਹ ਲੱਗਿਆ ਕਿ ਸਾਡੇ ਤੋਂ ਜਿਹੜਾ ਹਸਪੀਟਲ ਦਾ ਰਸਤਾ ਸੀਗਾ ਉਹ 5 ਕਿਲੋਮੀਟਰ ਦੀ ਦੂਰੀ ਤੇ ਬਹੁਤਾ ਦੂਰ ਨਹੀਂ ਸੀਗਾ। ਪਰ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਮੈਂ ਹੁਣ ਵੀ ਡਿੱਗੀ ਕਿਉਂਕਿ ਮੇਰੀ ਜਿਹੜੀ ਹਾਲਤ ਸੀ ਉਹ ਬਹੁਤ ਖਰਾਬ ਹੋ ਚੁੱਕੀ ਸੀ। ਪਰ ਫਿਰ ਵੀ मतलब ਮੈਂ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਉਸ ਸਿਚੁਏਸ਼ਨ ਦੇ ਵਿੱਚ ਤੇ ਮੈਂ ਹਸਪੀਟਲ ਚਲੀ ਗਈ। ਜਦੋਂ ਮੈਂ ਹਸਪੀਟਲ ਗਈ ਤੇ ਜਦੋਂ ਮੈਨੂੰ ਡਾਕਟਰ ਨੇ ਉੱਥੇ ਦੇਖਿਆ ਤੇ ਨਰਸਸ ਵਗੈਰਾ ਮਾਰਨਿੰਗ ਦਾ ਟਾਈਮ ਸੀ, ਸਫਾਈ ਕਰ ਰਹੇ ਸੀਗੇ, ਸਫਾਈ ਕਰਮਚਾਰੀ ਸੀ ਜਿਹੜੇ, ਉਹਨਾਂ ਨੇ ਮੈਨੂੰ ਪਕੜ ਕੇ मतलब ਜਦੋਂ ਮੈਨੂੰ ਲੈ ਕੇ ਗਏ ਅੰਦਰ ਬੈੱਡ ਤੇ ਲਿਟਾਇਆ ਤਾਂ ਉਹਨਾਂ ਨੇ ਪੁੱਛਗਿੱਛ ਕੀਤੀ ਕਿ ਪ੍ਰੋਬਲਮ ਕੀ ਹੈ। ਤਾਂ ਮੈਂ ਉਹਨਾਂ ਨੂੰ ਇਦਾਂ ਦੱਸਿਆ ਕਿ ਮੇਰਾ ਇਸ ਤਰ੍ਹਾਂ ਪ੍ਰੈਗਨੈਂਸੀ ਟਾਈਮ ਚੱਲਦਾ ਤੇ ਮੈਨੂੰ ਇਹ ਸਮੱਸਿਆ ਹੋਈਆਂ ਨੇ। ਤਾਂ ਉਹਨਾਂ ਨੇ ਮੇਰਾ ਬੇਸਿਕ ਉਸ ਟਾਈਮ ਤੇ ਜੋ ਸੀਗਾ ਕੋਈ ਟੈਸਟ ਨਹੀਂ, ਕੋਈ ਚੈੱਕਅਪ ਨਹੀਂ ਕੀਤਾ। ਫਿਲਹਾਲ ਮੈਂ मतलब ਪੇਨ ਦੀ ਕੰਡੀਸ਼ਨ ਦੇ ਵਿੱਚ ਸੀਗੀ ਤਾਂ ਉਹਨਾਂ ਨੇ ਡਾਕਟਰ ਨੂੰ ਬੁਲਾਇਆ, ਆਪਣੇ ਸੀਨੀਅਰ ਡਾਕਟਰ ਨੂੰ ਬੁਲਾਇਆ ਜਿਵੇਂ। ਤਾਂ ਉਹਨਾਂ ਨੇ ਆ ਕੇ ਇਹੀ ਕਿਹਾ ਕਿ ਜਿਵੇਂ ਪੁੱਛਿਆ ਸਿਚੁਏਸ਼ਨਾਂ ਵੀ ਕੀ ਹੋਇਆ, ਤੁਹਾਨੂੰ ਕਿਸ ਤਰ੍ਹਾਂ ਹੋਇਆ ਨਾ। ਤਾਂ ਉਹਨਾਂ ਨੇ ਇਹਨਾਂ ਨੂੰ ਲੜਨਾ ਸ਼ੁਰੂ ਕਰਤਾ ਮੇਰੇ ਹਸਬੰਡ ਨੂੰ। ਡਾਕਟਰ ਨੇ ਮੇਰੀ ਕੰਡੀਸ਼ਨ ਦੇਖਦੇ ਆਂ ਕਿ ਪੇਸ਼ੈਂਟ ਇੰਨੇ ਟਾਈਮ ਤੋਂ ਪ੍ਰੋਬਲਮ ਦੇ ਵਿੱਚ ਹੈ ਤੇ ਤੁਸੀਂ ਇਹਨੂੰ ਹੁਣ ਲੈ ਕੇ ਆਏ ਹੋ ਹਸਪੀਟਲ। ਤਾਂ
ਮੇਰੇ ਹਸਬੰਡ ਨੇ ਪਤਾ ਨਹੀਂ ਉਸ ਟਾਈਮ ਮੈਨੂੰ ਧਿਆਨ ਵਿੱਚ ਨਹੀਂ, ਕਿਉਂਕਿ ਮੇਰੀ ਜਿਹੜੀ ਸੁਣਨ ਦੀ ਸੀ ਸ਼ਮਤਾ ਉਸ ਵੇਲੇ ਇੰਨੀ ਜ਼ਿਆਦਾ ਨਹੀਂ ਸੀਗੀ, ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਸੀਗੀ, ਮੇਰੀ ਤਕਲੀਫ ਦੇ ਵਿੱਚ ਸੀ ਮੈਂ। ਤੇ ਮੈਂ ਉਸ ਟਾਈਮ ਤੇ ਬਸ ਇੰਨਾ ਕੀ ਮੈਨੂੰ ਪਤਾ ਚੱਲਿਆ ਕਿ ਡਾਕਟਰ ਇਹਨਾਂ ਨਾਲ ਕਾਫੀ ਜ਼ਿਆਦਾ ਬਹਿਸ ਕਰ ਰਹੇ ਆ। ਇਹਨਾਂ ਨੇ ਕੀ ਜਵਾਬ ਦਿੱਤਾ ਮੈਨੂੰ ਨਹੀਂ ਪਤਾ। ਤਾਂ ਡਾਕਟਰ ਨੇ ਮੈਨੂੰ ਇੱਕ ਡ੍ਰਿਪ ਦਿੱਤੀ ਹੈ, ਉਹਦੇ ਵਿੱਚ ਕੁਝ ਪੇਨ ਕਿਲਰ ਵਗੈਰਾ ਕੋਈ ਇੰਜੈਕਸ਼ਨ ਲਗਾਏ ਆ, ਤਾਂ ਉਹਦੇ ਨਾਲ ਮੇਰਾ ਜਿਵੇਂ ਕਿ ਥੋੜਾ ਜਿਹਾ ਪੇਨ ਹੈ ਜਿਹੜਾ ਉਹ ਘਟ ਗਿਆ। ਤਾਂ ਮੇਰਾ ਜਿਵੇਂ ਪੇਨ ਘਟਿਆ ਤਾਂ ਡਾਕਟਰ ਨੇ ਮੈਨੂੰ ਕਿਹਾ ਕਿ ਹੁਣ ਤੁਹਾਡੇ ਵੀ ਟੈਸਟ ਹੋਣਗੇ, ਚੈੱਕਅਪ ਹੋਏਗਾ ਤੁਹਾਡਾ। ਉਸ ਤੋਂ ਪਹਿਲਾਂ ਮੈਂ ਕੁਝ ਨਹੀਂ ਕਹਿ ਸਕਦੀ ਕਿ ਤੁਹਾਨੂੰ ਐਗਜ਼ੈਕਟ ਪ੍ਰੋਬਲਮ ਕੀ ਹੈ ਜਾਂ ਤੁਹਾਡਾ ਕੀ ਟ੍ਰੀਟਮੈਂਟ ਹੋਣਾ ਹੈ। ਤਾਂ ਮੇਰੇ ਹਸਬੰਡ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਐਡਮਿਟ ਕਰਨਾ ਪਏਗਾ। ਤਾਂ ਹਸਬੰਡ ਕਹਿੰਦੇ ਜਦੋਂ ਦਰਦ ਰੁਕ ਗਿਆ ਇਹਨਾਂ ਦਾ ਤੇ ਬਸ ਮੈਂ ਇਹਨਾਂ ਨੂੰ ਘਰ ਲੈ ਜਾਣਾ, ਫਿਰ ਕੀ ਲੋੜ ਹੈ ਮੈਡਮ। ਤਾਂ ਫਿਰ ਡਾਕਟਰ ਨੇ ਇਹਨਾਂ ਨੂੰ ਮਤਲਬ ਉਸ ਟਾਈਮ ਤੇ ਮੇਰਾ ਜਦੋਂ ਦਰਦ ਰੁਕ ਚੁੱਕਿਆ ਸੀਗਾ ਤਾਂ ਫਿਰ ਮੈਂ ਸੁਣਿਆ ਕਿ ਡਾਕਟਰ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਮੰਨ ਲਓ ਲਾਪਾ ਕੀਤੀ ਹੈ ਕਿ ਤੁਸੀਂ ਜ਼ਿਆਦਾ ਸਿਆਣੇ ਹੋ। ਜਿਵੇਂ ਕਿ ਡਾਕਟਰ ਕਹਿੰਦੇ ਆ ਕਿ ਅਸੀਂ ਮਤਲਬ ਐਵੇਂ ਬੈਠੇ ਆ ਇੱਥੇ, ਸਾਨੂੰ ਨਹੀਂ ਪਤਾਗਾ। ਉਹਨਾਂ ਨੂੰ ਇੱਕ ਵਾਰ ਪੇਨ ਰੋਕਣ ਦੀ ਡ੍ਰਿਪ ਲੱਗੀ ਹੋਈ ਹੈ, ਪੇਨ ਜ਼ਿਆਦਾ ਟਾਈਮ ਨਹੀਂ ਇਹਨਾਂ ਦਾ ਰੁਕ ਸਕਦਾ। ਇਹਨਾਂ ਨੂੰ ਐਗਜ਼ੈਕਟ ਪ੍ਰੋਬਲਮ ਕਿੱਥੇ ਹੈ, ਕੀ ਹੋਏਗਾ ਅੱਗੇ ਇਹਨਾਂ ਦੇ ਨਾਲ, ਤੇ ਉਹ ਸਾਰਾ ਜਾਂਚ ਦੇ ਦੌਰਾਨ ਹੀ ਪਤਾ ਲੱਗੇਗਾ। ਤੇ ਤੁਸੀਂ ਜ਼ਿਆਦਾ ਸਮਝਦਾਰ ਨਾ ਬਣੋ, ਤੁਸੀਂ ਇਦਾਂ ਕਰੋ ਕਿ ਤੁਸੀਂ ਇਹਨੂੰ ਐਡਮਿਟ ਕਰਾਓ ਤੇ ਇਹਦੇ ਟੈਸਟ ਕਰਵਾਓ, ਅਲਟਰਾਸਾਊਂਡ ਕਰਵਾਓ ਤੇ ਕੁਝ ਬਲੱਡ ਟੈਸਟ ਨੇ ਜੋ ਕਰਵਾਓ। ਤੇ ਜਦੋਂ ਮੈਂ ਠੀਕ ਹੋ ਜਾਨੀ ਹੈ ਤੇ ਮੇਰੇ ਹਸਬੰਡ ਮੈਨੂੰ ਕਹਿੰਦੇ ਆ ਕਿ ਇਹ ਤਾਂ ਡਾਕਟਰਾਂ ਦਾ ਕੰਮ ਹੁੰਦਾ ਇੱਥੇ ਵਲਗਣਾ ਮਾਰਨਾ, ਮਤਲਬ ਕਿਸੇ ਨੂੰ ਗੁੰਮਰਾਹ ਕਰਨਾ, ਪੇਸ਼ੈਂਟ ਤੋਂ ਪੈਸੇ ਬਣਾਉਣੇ। ਤੂੰ ਠੀਕ ਹੈ, ਆਪਾਂ ਠੀਕ ਹੈ, ਚੱਲਦੇ ਆ, ਘਰ ਚੱਲਦੇ ਆ। ਤਾਂ ਇਹ ਮੈਨੂੰ ਉੱਥੋਂ ਜੀ ਕਹਿੰਦੇ ਵੀ ਅਸੀਂ ਆਨੇ ਆ ਵਾਪਿਸ, ਅਸੀਂ ਸਮਾਨ ਲੈ ਆਈਏ। ਘਰ ਤੋਂ ਇਹ ਡਾਕਟਰ ਨੂੰ ਬਹਾਨਾ ਕਰਦੇ ਆ। ਤਾਂ ਡਾਕਟਰ ਕਹਿੰਦੇ ਵੀ ਪੇਸ਼ੈਂਟ ਦੀ ਕੰਡੀਸ਼ਨ ਨਹੀਂ ਹੈ ਕਿ ਤੁਹਾਡੇ ਨਾਲ ਬਾਈਕ ਤੇ ਬੈਠ ਕੇ ਇਹ ਪਿੱਛੇ ਜਾਵੇ, ਜਾਂ ਪਹਿਲਾਂ ਤੁਸੀਂ ਲੈ ਆਏ ਹੋ ਪਤਾ ਨਹੀਂ ਕਿਸ ਤਰ੍ਹਾਂ ਬੈਠ ਕੇ ਆਈ ਹੈ। ਵੀ ਪੇਸ਼ੈਂਟ ਦੀ ਕੰਡੀਸ਼ਨ ਨਹੀਂ ਹੈ ਕਿ ਤੁਹਾਡੇ ਨਾਲ ਵਾਪਿਸ ਘਰ ਜਾ ਸਕੇ, ਵੀ ਤੁਸੀਂ ਜੋ ਕੁਝ ਲੈ ਕੇ ਆਣਾ ਉਹ ਲੈ ਆਓ। ਤਾਂ ਇਹਨਾਂ ਨੂੰ ਉਸ ਟਾਈਮ ਤੇ ਇਹ ਲੱਗਿਆ ਕਿ ਸ਼ਾਇਦ ਵੀ ਡਾਕਟਰ ਨਹੀਂ ਜਾਣ ਦੇਣਗੇ। ਤਾਂ ਇਹਨਾਂ ਨੇ ਇੱਕ ਘਰ ਆ ਗਏ ਮੈਨੂੰ ਛੱਡ ਕੇ, ਮੇਰੇ ਡ੍ਰਿਪ ਲੱਗੀ ਹੋਈ ਹੈ, ਮੈਂ ਉੱਥੇ ਹਸਪੀਟਲ ਦੇ ਵਿੱਚ ਇਕੱਲੀ ਆ। ਇਹਨਾਂ ਨੇ ਘਰੋਂ ਇੱਥੇ ਆ ਕੇ ਆਪਣੀ ਮਾਂ ਨਾਲ ਕੋਈ ਰਾਏ ਕੀਤੀ ਹੋਣੀ ਹੈ, ਮੇਰੀ ਸੱਸ ਨਾਲ ਕੋਈ ਆਪਸ ਵਿੱਚ ਇਹਨਾਂ ਨੇ ਰਾਏ ਮਸ਼ਵਰਾ ਕੀਤਾ ਹੋਣਾ। ਤਾਂ ਤੁਸੀਂ ਯਕੀਨ ਮੰਨਿਓ ਵੀ ਮੈਂ ਹਸਪੀਟਲ ਦੇ ਵਿੱਚ ਦਰਦ ਨਾਲ ਤੜਪ ਰਹੀ ਹਾਂ, ਇਕੱਲੀ ਪਈ ਹੋਈ ਹਾਂ। ਮੇਰਾ ਅਲਟਰਾਸਾਊਂਡ ਹੋਣਾ ਹੈ, ਮੇਰੇ ਟੈਸਟ ਹੋਣੇ ਹੈ, ਉਹ ਬਾਕੀ ਹੈ। ਔਰ ਇਹ ਮੇਰੇ ਕੋਲ ਘੰਟੇ ਤੋਂ ਉੱਪਰ ਹੋ ਜਾਂਦਾ ਟਾਈਮ, ਹੋ ਸਕਦਾ 1.5 ਘੰਟਾ ਹੀ ਹੋ ਗਿਆ ਹੋਵੇ, ਮੈਨੂੰ ਪ੍ਰੋਪਰਲੀ ਯਾਦ ਨਹੀਂ ਹੈ। ਤਾਂ 1.5 ਘੰਟੇ ਬਾਅਦ ਇਹ ਮੇਰੇ ਕੋਲ ਜਦੋਂ ਹਸਪੀਟਲ 'ਚ ਵਾਪਸ ਜਾਂਦੇ ਤਾਂ ਮੈਂ ਇਹਨਾਂ ਨੂੰ ਕਹਿਣੀ ਕਿ ਤੁਸੀਂ ਕਿੱਥੇ ਰਹਿ ਗਏ ਸੀਗੇ। ਤਾਂ ਇਹ ਮੈਨੂੰ ਕਹਿੰਦੇ ਆ ਕਿ ਏਦਾਂ ਕਰ ਵੀ ਤੇਰੇ ਪੇਕਿਆਂ ਨੂੰ ਫੋਨ ਕਰਦੇ, ਤੇਰੇ ਨਾਨੀ ਨੂੰ ਜਾਂ ਮਾਮੇ ਨੂੰ, ਕਿਸੇ ਨੂੰ ਫੋਨ ਕਰਦੇ, ਉਹਨਾਂ ਨੂੰ ਬੁਲਾ ਲੈਨੇ ਆਪਾਂ ਇੱਥੇ। ਤੇ ਘਰ ਵੀ ਮਤਲਬ ਵੀ ਮੰਮੀ ਵੀ ਨਹੀਂ ਆ ਸਕਦੀ, ਵੀ ਮਤਲਬ ਆਪਣੀ ਮੰਮੀ ਬਾਰੇ ਕਹਿ ਰਹੇ ਸੀ, ਮੇਰੀ ਸੱਸ ਬਾਰੇ ਵੀ, ਉਹ ਵੀ ਨਹੀਂ ਇੱਥੇ ਆ ਸਕਦੀ। ਹੁਣ ਘਰ ਦੇ ਵਿੱਚ ਜੀ ਕੋਈ ਬਾਲ ਬੱਚਾ ਨਹੀਂ ਸੀਗਾ ਜਿਹਦੇ ਕਰਕੇ ਨਹੀਂ ਉਹ ਆ ਸਕਦੇ ਸੀ, ਜਾਂ ਘਰ ਦੇ ਵਿੱਚ ਕੋਈ ਏਦਾਂ ਦੀ ਚੀਜ਼ ਨਹੀਂ ਸੀ ਵੀ ਜਿਹਨੂੰ ਛੱਡ ਕੇ ਨਹੀਂ ਆਇਆ ਜਾ ਸਕਦਾ ਸੀ। ਪਰ ਸੱਸ ਮੇਰੀ ਆਉਣਾ ਨਹੀਂ ਚਾਹੁੰਦੀ ਸੀ, ਵਿੱਚ ਇਹਨਾਂ ਦੇ ਦਿਮਾਗ ਵਿੱਚ ਹੋਰ ਚੱਲਦਾ ਪਿਆ ਸੀਗਾ। ਇਹਨਾਂ ਨੂੰ ਇਹ ਸੀ ਕਿ ਇਹਦੇ ਪੇਰੈਂਟਸ ਆਉਣਗੇ, ਉਹ ਆਪਣੇ ਆਪ ਦੇਖ ਲੈਣਗੇ। ਤੇ ਹੋਇਆ ਵੀ ਇਸ ਤਰ੍ਹਾਂ। ਇਹਨਾਂ ਨੇ ਮੇਰੇ ਘਰਦਿਆਂ ਨੂੰ ਫੋਨ ਕੀਤਾ, ਮੇਰੇ ਨਾਨਾ ਜੀ ਨੂੰ ਫੋਨ ਕੀਤਾ ਕਿ ਤੁਹਾਡੀ ਕੁੜੀ ਬਿਮਾਰ ਹੋ ਗਈ ਹੈ ਤੇ ਹਸਪੀਟਲ ਦੇ ਵਿੱਚ ਐਡਮਿਟ ਹੈ ਤੇ ਤੁਸੀਂ ਆ ਜਾਓ। ਔਰ ਮੇਰੇ ਘਰਦਿਆਂ ਨੇ ਫੋਨ ਸੁਣਿਆ ਤੇ ਸਾਰੇ ਕੰਮ ਜਗ੍ਹਾ ਛੱਡੇ। ਇਹਨਾਂ ਨੇ 65 ਕਿਲੋਮੀਟਰ ਦਾ, ਮੇਰੇ ਸਹੁਰਿਆਂ ਤੋਂ ਮੇਰੇ ਨਾਨਕਿਆਂ ਦਾ, ਮੇਰੇ ਪੇਕਿਆਂ ਦਾ ਜੋ ਰਸਤਾ ਹੈ ਉਹ 64 ਕਿਲੋਮੀਟਰ ਦਾ। ਤਾਂ ਇਹਨਾਂ ਨੇ 1.5 ਘੰਟੇ, ਸਵਾ ਘੰਟੇ ਦੇ ਵਿੱਚ ਮੇਰੇ ਕੋਲ ਪਹੁੰਚਦੇ ਆ। ਤਾਂ ਡਾਕਟਰ ਸਾਹਿਬ ਉਸ ਸਵਾ 1.5 ਘੰਟੇ ਦੇ ਵਿੱਚ ਕਹਿੰਦੇ ਆ ਕਿ ਜਦੋਂ ਤੱਕ ਉਹ ਆਣਗੇ ਤੁਸੀਂ ਇਹਨਾਂ ਦਾ ਟ੍ਰੀਟਮੈਂਟ ਤਾਂ ਚੱਲੇ ਨਾ, ਇਹਨਾਂ ਦੀ ਪ੍ਰੋਬਲਮ ਖਰਾਬ ਹੈ ਤੇ ਇਹਨਾਂ ਦੇ ਬੇਸਿਕ ਟੈਸਟ ਤਾਂ ਕਰਵਾਓ ਨਾ, ਅਲਟਰਾਸਾਊਂਡ ਕਰਵਾਓ, ਰਿਪੋਰਟ ਕਰਵਾਓ। ਤਾਂ ਮੇਰੇ ਹਸਬੰਡ ਕਹਿੰਦੇ ਆ ਕਿ ਚਲੋ ਠੀਕ ਹੈ ਵੀ ਤੁਸੀਂ ਦੇਖ ਲਓ, ਕਰਵਾ ਲਓ। ਇੰਨੇ ਉਹ ਆ ਜਾਂਦੇ ਆ। ਔਰ ਮੇਰਾ ਅਲਟਰਾਸਾਊਂਡ ਹੁੰਦਾ ਹੈ ਤਾਂ ਡਾਕਟਰ ਅਲਟਰਾਸਾਊਂਡ ਕਰਕੇ ਮੈਨੂੰ ਦੱਸਦੇ ਆ ਕਿ ਤੁਹਾਡਾ ਮਤਲਬ ਵੀ ਇਸ ਤਰ੍ਹਾਂ ਕੰਪਲਿਕੇਸ਼ਨ ਹੈ, ਥੋੜੀ ਜਿਹੀ ਵੀ ਮਤਲਬ ਕੇਸ ਹੈ ਜਿਹੜਾ ਕੰਪਲਿਕੇਟਡ ਹੈ। ਮੈਂ ਵੀ ਕੁਝ ਕਹਿ ਨਹੀਂ ਸਕਦੀ, 1-2 ਰਿਪੋਰਟ ਬਲੱਡ ਦੀਆਂ ਵੀ ਕਰਵਾਓ। ਤਾਂ ਮੇਰਾ ਯੂਰਿਨ ਐਂਡ ਬਲੱਡ ਟੈਸਟ ਹੋਇਆ, ਉਹਨੂੰ ਦੇਖ ਕੇ ਵੀ ਡਾਕਟਰ ਨੇ ਹੀ ਕਿਹਾ ਕਿ ਜਿਹੜੀ ਇਨਫੈਕਸ਼ਨ ਹੈ ਉਹ ਹੋਣੀ ਸ਼ੁਰੂ ਹੋ ਗਈ ਹੈ, ਤੁਹਾਡੇ ਬਲੱਡ ਦੇ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਗਈ ਹੈ, ਜਾਂ ਜੋ ਵੀ ਹੁੰਦਾ ਹੈ ਉਸ ਟਾਈਮ ਤੇ ਕਾਫੀ ਟਾਈਮ ਪੇਨ ਹੋਣ ਦੇ ਨਾਲ ਜੋ ਮਿਸਕੈਰੇਜ ਪ੍ਰੋਪਰਲੀ ਹੋ ਨਹੀਂ ਪਾਇਆ। ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਅਬੋਰਸ਼ਨ ਹੋਏਗਾ। ਪਰ ਅਸੀਂ ਵੀ ਮਤਲਬ ਅਬੋਰਸ਼ਨ ਦੇ ਵਿੱਚ ਵੀ ਇਹੀ ਪੂਰੀ ਤਰ੍ਹਾਂ ਅਸੀਂ ਸ਼ੋਰਟੀ ਨਹੀਂ ਦਿੰਦੇ ਆ ਕਿ ਤੁਹਾਨੂੰ ਕਿੰਨਾ ਟਾਈਮ ਲੱਗੇਗਾ ਠੀਕ ਹੋਣ 'ਚ, ਕਿਉਂਕਿ ਇਨਫੈਕਸ਼ਨ ਹੈ ਜਿਹੜੀ ਉਹ ਇੰਨਾ ਟਾਈਮ ਰਹਿਣ ਦੇ ਨਾਲ ਵੀ ਫੈਲਣਾ ਸ਼ੁਰੂ ਹੋ ਗਿਆ। ਤਾਂ ਇੰਨੀ ਗੱਲ ਸੁਣ ਕੇ ਵੀ ਕੋਈ ਮੇਰੇ ਹਸਬੰਡ ਦਾ ਰਿਐਕਟ ਨਹੀਂ ਹੈ, ਕੁਝ ਨਹੀਂ ਹੈ, ਮੈਂ ਪੈਨਿਕ ਆਇਆ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਕੋਈ ਸੀਨ ਹੁੰਦਾ ਤਾਂ ਹਰ ਬੰਦਾ ਸੁਭਾਵਿਕ ਡਰ ਜਾਂਦਾ। ਤਾਂ ਮੈਂ ਉਸ ਟਾਈਮ ਤੇ ਡਰੀ ਹੋਈ ਹਾਂ। ਤਾਂ ਮੇਰੇ 1.5 ਘੰਟੇ ਦੇ ਵਿੱਚ ਮੇਰੇ ਨਾਨਾ ਤੇ ਮੇਰੀ ਨਾਨੀ ਜੀ ਆ ਜਾਂਦੇ ਆ। ਤਾਂ ਮੈਨੂੰ ਮੇਰੀ ਜਾਨ 'ਚ ਜਾਨ ਆ ਜਾਂਦੀ, ਮੈਨੂੰ ਬੜਾ ਹੌਸਲਾ ਹੁੰਦਾ ਕਿ ਆਪਣਾ ਕੋਈ ਆ ਗਿਆ ਹਨਾ ਸੰਭਾਲਣ ਵਾਲਾ।
ਤੇ ਮੈਂ ਰੋਣਾ ਸ਼ੁਰੂ ਕਰ ਦਿੰਨੀ ਆ। ਮੇਰੇ ਨਾਨੀ ਜੀ ਜਿਵੇਂ ਕਿ ਆਪਣੇ ਮਾਪਿਓ ਆਪਾਂ ਨੂੰ ਹੌਸਲਾ ਦਿੰਦੇ ਆ, ਉਦਾਂ ਹੀ ਹੌਸਲਾ ਦੇਣਾ ਸ਼ੁਰੂ ਕਰਤਾ ਕਿ ਕੁਝ ਨਹੀਂ ਹੁੰਦਾ, ਠੀਕ ਹੋ ਜਾਣਾ, ਤੂੰ ਇਹ ਹੋ ਜਾਣਾ ਉਹ। ਚਲੋ ਮੈਂ ਵੀ ਉਸ ਹੌਸਲੇ ਦੇ ਨਾਲ ਵੀ ਠੀਕ ਹੈ, ਮੈਨੂੰ ਲੱਗਿਆ ਵੀ ਸਭ ਓਕੇ ਹੋ ਜੂ, ਹੁਣ ਮੇਰੇ ਘਰ ਦੇ ਆ ਗਿਆ, ਹੁਣ ਮੈਨੂੰ ਕੁਝ ਨਹੀਂ ਹੁੰਦਾਗਾ। ਤੇ ਮੇਰੇ ਹਸਬੰਡ ਨੇ ਮੇਰੇ ਘਰਦਿਆਂ ਨੂੰ ਦੇਖਣ ਸਾਰ ਹੀ ਕਿਹਾ ਕਿ ਚਲੋ ਬੜਾ ਲਹੀ ਗਲੋ, ਹੁਣੇ ਆ ਗਏ ਆ, ਹੁਣ ਮੈਂ ਆਪਣੀ ਜ਼ਿੰਦਗੀ 'ਚ ਆਜ਼ਾਦ ਹੈ। ਹੁਣ ਉਹਨਾਂ ਨੇ ਕਿਹਾ ਕਿ ਚਲੋ ਮੈਂ ਆਪਣੇ ਘਰ ਜਾਣਾ ਤੇ ਤੁਸੀਂ ਦੇਖ ਲਓ ਨਾ, ਇੱਥੇ ਮੇਰੇ ਨਾਨਾ ਜੀ ਨੂੰ ਬੋਲੇ ਕਿ ਨਾਨਾ ਤੁਸੀਂ ਦੇਖ ਲੈਣਾ, ਇੱਥੇ ਆ ਸਾਰਾ ਕੁਝ, ਆ ਵਿੱਚੇ ਲੈਬੋਰਟਰੀ ਆ, ਵਿੱਚੇ ਸਾਰਾ ਕੁਝ ਹੈਗਾ, ਤੇ ਮੈਨੂੰ ਨਾ ਐਗਜ਼ੈਕਟ ਪਿੱਛੇ ਫੋਨ ਆ ਗਿਆ ਤੇ ਮੇਰਾ ਕੋਈ ਖੇਤ ਦੇ ਵਿੱਚ ਜ਼ਰੂਰੀ ਕੰਮ ਹੈ ਤੇ ਮੈਂ ਉੱਧਰ ਜਾਣਾ। ਤੇ ਨਾਨਾ ਜੀ ਕਹਿੰਦੇ ਕੋਈ ਗੱਲ ਨਹੀਂ, ਚਲੇ ਜਾਓ। ਤੇ ਮੇਰੇ ਨਾਨਾ ਜੀ ਨੂੰ ਇਸ ਤਰ੍ਹਾਂ ਇਹ ਝੂਠ ਬੋਲ ਕੇ ਮੈਨੂੰ ਉਸ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਛੱਡ ਕੇ ਆਪ ਇਹ ਖੇਤ ਆ ਗਏ ਜਾਂ ਘਰੇ ਆ ਗਏ ਜਾਂ ਕਿਤੇ ਵੀ ਆ ਗਏ, ਮੈਨੂੰ ਨਹੀਂ ਪਤਾ। ਚਲੋ ਇਹਨਾਂ ਨੇ ਬਹਾਨਾ ਕਰਕੇ ਨਿਕਲ ਆਏ। ਹੁਣ ਉਸ ਟਾਈਮ ਤੇ ਮੈਨੂੰ ਸਭ ਤੋਂ ਜ਼ਿਆਦਾ ਲੋੜ ਆਪਣੇ ਪਰਿਵਾਰ ਦੀ, ਇਹਨਾਂ ਦੀ ਵੀ ਸੀਗੀ ਨਾ। ਜਦੋਂ ਮੈਂ ਇਹਨਾਂ ਦੀ ਸਿਟੀ ਦੇ ਵਿੱਚ, ਇਹਨਾਂ ਦੇ ਹਸਪੀਟਲ ਦੇ ਵਿੱਚ ਐਡਮਿਟ ਹੈ, ਤਾਂ ਫਿਰ ਇਹਨਾਂ ਦਾ ਫਰਜ਼ ਬਣਦਾ ਸੀ ਨਾ ਆਪਣੀ ਜ਼ਿੰਮੇਵਾਰੀਆਂ ਨਿਭਾਉਣ ਦਾ। ਪਰ ਨਹੀਂ, ਇਹ ਉਸ ਟਾਈਮ ਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਆਏ, ਕਿਉਂਕਿ ਇਹਨਾਂ ਨੇ ਮਾਂ ਪੁੱਤਾਂ ਨੇ ਆਪਣੀ ਰਾਏ ਕੀਤੀ ਹੋਣੀ ਹੈ ਕਿ ਆਪਾਂ ਨੂੰ ਕੀ ਲੋੜ ਪਈ ਹੈਗੀ, ਇਹਦੇ ਘਰ ਦੇ ਆਣਗੇ, ਉਹ ਆਪਣੇ ਆਪ ਇਲਾਜ ਕਰਾਣਗੇ ਇਹਦਾ। ਤੇ ਯਕੀਨ ਮੰਨਿਓ, ਜਿਹੜਾ ਮੇਰਾ ਅਲਟਰਾਸਾਊਂਡ ਤੇ ਮੇਰੇ ਟੈਸਟ ਹੋਏ ਸੀ, ਬਲੱਡ ਟੈਸਟ, ਯੂਰਿਨ ਟੈਸਟ, ਤੇ ਉਹਦੀ ਜਿਹੜੀ ਪੇਮੈਂਟ ਸੀ ਉਹ ਇਹਨਾਂ ਨੇ ਕੀਤੀ ਨਹੀਂ ਸੀ, ਫੀਸ ਉਹਦੀ ਪੈਂਡਿੰਗ ਸੀ। ਹੁਣ ਲੈਬੋਰਟਰੀ ਵਿੱਚ ਅਲਟਰਾਸਾਊਂਡ ਤਾਂ ਡਾਕਟਰ ਨੇ ਕੀਤੀ ਸੀ, ਤਾਂ ਅਲਟਰਾਸਾਊਂਡ ਦੇ ਜਿਹੜੇ ਪੈਸੇ ਸੀ ਉਹ ਵੀ ਮੇਰੇ ਨਾਨਾ ਜੀ ਨੇ ਦਿੱਤੇ। ਬਲੱਡ ਰਿਪੋਰਟ ਸੀ ਜਿਹੜੀ ਹੋਈ, ਬਲੱਡ ਟੈਸਟ ਹੋਇਆ ਸੀ ਲੈਬੋਰਟਰੀ, ਉਹਦੇ ਵੀ ਪੈਸੇ ਨਾਨਾ ਜੀ ਨੇ ਦਿੱਤੇ। ਤੇ ਡਾਕਟਰ ਕਹਿੰਦੇ ਵੀ ਇਹਨਾਂ ਦਾ ਮਤਲਬ ਜਿਹੜਾ ਮਿਸਕੈਰੇਜ ਹੋਇਆ ਵੀ ਅਬੋਰਸ਼ਨ ਹੀ ਹੱਲ ਹੈ, ਵੀ ਤੁਸੀਂ ਦੱਸੋ ਸਹਿਮਤ ਹੋ ਅਸੀਂ ਕਰ ਦਈਏ। ਤਾਂ ਮੇਰੇ ਘਰ ਦੇ ਕਹਿੰਦੇ ਵੀ ਸਾਨੂੰ ਮਤਲਬ ਆਪਣੀ ਕੁੜੀ ਦੀ ਜਾਨ ਨਾਲੋਂ ਕੀ ਚੰਗਾ ਵੀ ਜਦੋਂ ਇੰਨਾ ਟਾਈਮ ਹੋ ਚੁੱਕਿਆ, ਸਾਨੂੰ ਇਹਨਾਂ ਨੇ ਪਹਿਲਾਂ ਨਹੀਂ ਦੱਸਿਆ ਪ੍ਰੋਬਲਮ ਦਾ, ਤੇ ਤੁਸੀਂ ਅਬੋਰਸ਼ਨ ਕਰ ਦਿਓ। ਤੇ ਮੇਰੇ ਨਾਨਾ ਨਾਨੀ ਉਸ ਟਾਈਮ ਤੇ ਇਕੱਲੇ ਨੇ, ਪਰ ਫਿਰ ਵੀ ਦੇਖ ਲਓ ਤੁਸੀਂ ਹਨਾ ਵੀ ਮੇਰਾ ਅਬੋਰਸ਼ਨ ਹੋ ਜਾਂਦਾ ਹੈਗਾ। ਮੈਨੂੰ ਬਾਹਰ ਜਦੋਂ ਲੈ ਕੇ ਆਇਆ ਜਾਂਦਾ ਤਾਂ ਮੈਂ ਉਦੋਂ ਵੀ ਉਡੀਕ ਰਹੀ ਕਿ ਮੇਰੀ ਸੱਸ, ਮੇਰੇ ਹਸਬੈਂਡ, ਕੋਈ ਤਾਂ ਵੀ ਸਾਹਮਣੇ ਹੋਊਗਾ ਨਾ। ਪਰ ਇੰਨੇ ਬੇਸ਼ਰਮ ਤੇ ਇੰਨੇ ਬੇਕਾਰ ਵਾਹੀਅਤ ਸੋਚ ਦੇ ਮਾਲਕ ਹੈ ਇਹ ਇੱਕ ਵਾਰ ਨਹੀਂ ਹੋਇਆ, ਇਹਨਾਂ ਨੇ ਹਰ ਵਾਰ ਜਦੋਂ ਵੀ ਮੈਨੂੰ ਲੋੜ ਪਈ ਇਹਨਾਂ ਦੀ, ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਮੇਸ਼ਾ ਭੱਜੇ। ਇਹਨਾਂ ਨੇ ਮੇਰੇ ਤੇ ਪੈਸਾ ਲਾਉਣ ਤੋਂ, ਸਭ ਕੁਝ ਹੁੰਦਿਆਂ, ਜ਼ਮੀਨ ਜਾਇਦਾਦ ਅੱਛੀ ਹੁੰਦਿਆਂ ਵੀ ਪਤਾ ਨਹੀਂ ਇਹਨਾਂ ਦੀ ਸੋਚ ਕਿਹੋ ਜੀ ਹੈ ਕਿ ਇਹ ਆਪਣੀ ਨੂੰਹ ਤੇ ਰੁਪਈਆ ਲਾਉਣ ਤੋਂ ਬਹੁਤ ਜ਼ਿਆਦਾ ਇਹ ਕੰਜੂਸੀ ਵਰਤਦੇ ਸੀਗੇ। ਇਹਨਾਂ ਦੀ ਪਤਾ ਨਹੀਂ ਇਹ ਕਿਸ ਤਰ੍ਹਾਂ ਦੀ ਸੋਚ ਸੀ ਕਿ ਇਹ ਸਾਡੀ ਜ਼ਿੰਮੇਵਾਰੀ ਨਹੀਂ, ਇਹ ਆਪਣੇ ਪੇਕਿਆਂ ਤੋਂ ਹੀ ਆਪਣਾ ਇਲਾਜ ਕਰਵਾਵੇ। ਤਾਂ ਤੁਸੀਂ ਯਕੀਨ ਮੰਨਿਓ, ਮੇਰਾ ਜਦੋਂ ਅਬੋਰਸ਼ਨ ਹੋ ਜਾਂਦਾ ਹੈ ਤਾਂ ਮੈਨੂੰ ਘਰੇ ਲੈ ਕੇ ਆਇਆ ਜਾਂਦਾ ਹੈ, ਤਾਂ ਮੇਰਾ ਕੋਈ ਘਰੇ ਆਈ ਦਾ ਮਤਲਬ ਹਾਲ ਚਾਲ ਨਹੀਂ ਪੁੱਛਿਆ ਜਾਂਦਾ। ਨਾਨਾ ਜੀ ਮੇਰੇ ਗੱਡੀ ਲੈ ਕੇ ਗਏ ਸੀਗੇ ਤੇ ਗੱਡੀ ਤੇ ਮੈਨੂੰ ਘਰ ਲੈ ਆਂਦੇ ਇੱਥੇ ਮੇਰੇ ਸਹੁਰਾ ਪਰਿਵਾਰ ਹੀ। ਤਾਂ ਜਦੋਂ ਨਹੀਂ ਪੁੱਛਿਆ ਜਾਂਦਾ ਤੇ ਕੋਈ ਮੈਨੂੰ ਸੱਸ ਨਹੀਂ ਇਹ ਕਹਿੰਦੀ ਕਿ ਬੁਰਾ ਹੋਇਆ ਜਾਂ ਮਾੜਾ ਹੋਇਆ, ਕਿਉਂ, ਇਹ ਕਿੱਦਾਂ ਹੋ ਗਿਆ ਜਾਂ ਕਿਵੇਂ ਹੋਇਆ। ਤਾਂ ਉਸ ਤੋਂ ਬਾਅਦ ਮੈਨੂੰ ਮੰਨ ਲਓ ਕੰਮ ਕਰਨ ਤੋਂ ਵੀ ਥੋੜਾ, ਜਿਵੇਂ ਹੁਣ ਮੇਰਾ ਅਬੋਰਸ਼ਨ ਹੋਇਆ ਤਾਂ ਫਿਰ ਉਹਦੇ 'ਚ ਕੰਮ ਕਰਨ ਤੋਂ ਵੀ ਪਰਹੇਜ਼ ਸੀ। ਪਰ ਘਰਦਿਆਂ ਨੇ ਜਿਵੇਂ ਮੰਨ ਲਓ ਵੀ ਮੇਰੀ ਸੱਸ ਨੂੰ ਇਹ ਹੁੰਦਾ ਸੀਗਾ ਵੀ ਗੱਲ ਤੇ ਕਹਿਣਾ ਮੇਰਾ ਹੱਥ ਦਰਦ ਕਰਦਾ ਹੈ, ਮੇਰੀ ਬਾਂਹ ਦਰਦ ਕਰਦੀ ਹੈ, ਮੈਨੂੰ ਇਹ ਹੈ ਉਹ ਹੈ, ਮੈਥੋਂ ਰੋਟੀ ਨਹੀਂ ਬਣਦੀ, ਵੀ ਮਤਲਬ ਮੈਥੋਂ ਕੰਮ ਦੀ ਡਿਮਾਂਡ ਕਰਨੀ ਸ਼ੁਰੂ ਕਰਤੀ ਵੀ ਇਹ ਸਾਡੇ ਨਾਲ ਤਾਂ ਇਦਾਂ ਆਈ ਹੋ ਜਾਂਦਾ ਸੀ ਨਾਰਮਲ, ਕੋਈ ਵੱਡੀ ਗੱਲ ਨਹੀਂ, ਤੇ ਅਸੀਂ ਤਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਸੀਗੇ, ਸਾਨੂੰ ਤਾਂ ਕੋਈ ਨਹੀਂ ਐ ਸੀ। ਇਹ ਪੁਰਾਣੀਆਂ ਗੱਲਾਂ ਜਿਵੇਂ ਮੈਨੂੰ ਸੁਣਾਉਣੀਆਂ ਸ਼ੁਰੂ ਕਰਤੀਆਂ। ਤੇ ਮੇਰੇ ਨਾਨੀ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਕੁੜੀ ਬਿਮਾਰ ਨਹੀਂ ਕਰਨੀ ਹੈ, ਤੁਸੀਂ ਆਪਣਾ ਕੰਮ ਦਾ ਭਾਈ ਦੇਖ ਲਓ, ਅਸੀਂ ਆਪਣੀ ਕੁੜੀ ਨੂੰ ਕੋਈ ਹਫਤਾ 10 ਦਿਨਾਂ ਲਈ ਆਪਣੇ ਘਰ ਲੈ ਜਾਂਦੇ ਆ। ਤਾਂ ਮੈਨੂੰ ਇਹ ਘਰ ਲੈ ਜਾਂਦੇ ਆ ਮੇਰੇ ਨਾਨਾ ਨਾਨੀ, ਇੱਥੇ ਮੇਰੇ ਨਾਨਕੇ ਘਰੇ ਲੈ ਆਉਂਦੇ ਆ ਤੇ ਇੱਥੇ ਮੇਰਾ ਮਤਲਬ ਦਵਾਈ ਪਾਣੀ ਜੋ ਵੀ ਹੁੰਦਾ, ਮੈਂ ਠੀਕ ਹੋ ਕੇ ਮੈਂ ਵਾਪਸ ਚਲੀ ਜਾਂਦੀ ਆ। ਹੁਣ ਮੈਂ ਵਾਪਸ ਚਲੀ ਗਈ ਆ ਤਾਂ ਮੈਨੂੰ ਇਹਨਾਂ ਨੇ ਉਸ ਦਰਮਿਆਨ ਵੀ ਕਦੇ ਫਿਰ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਕੀ ਹੋਇਆ। ਉਸ ਤੋਂ ਬਾਅਦ 4-5 ਮਹੀਨੇ ਬਾਅਦ ਦੁਬਾਰਾ ਮੈਨੂੰ ਪਤਾ ਚੱਲਦਾ ਕਿ ਮੈਂ ਫਿਰ ਪ੍ਰੈਗਨੈਂਟ ਹੈ ਔਰ ਸੇਮ ਉਹੀ ਮੇਰਾ 2.5-3 ਮਹੀਨਿਆਂ ਦਾ ਟਾਈਮ ਜਦੋਂ ਆ ਜਾਂਦਾ ਹੈਗਾ, ਮੈਨੂੰ 3rd ਮੰਥ ਹੁੰਦਾ ਹੈਗਾ ਪ੍ਰੈਗਨੈਂਸੀ ਨੂੰ, ਤਾਂ ਮੇਰੇ ਨਾਲ ਇਹ ਵਾਲੀ ਸਿਚੁਏਸ਼ਨ ਫਿਰ ਤੋਂ ਆ ਜਾਂਦੀ ਹੈ। ਅਚਾਨਕ ਮੇਰੀ ਇਸ ਤਰ੍ਹਾਂ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦਾ ਹੈ। ਹੁਣ ਜਦੋਂ ਘਰਦਿਆਂ ਨੂੰ, ਹੁਣ ਮੈਨੂੰ ਵੀ ਪਤਾ ਚੱਲ ਚੁੱਕਿਆ ਸੀ ਕਿ ਮੇਰੇ ਨਾਲ ਪਹਿਲਾਂ ਇਹ ਸਭ ਹੋ ਚੁੱਕਿਆ ਤੇ ਉਹੀ ਸਭ ਕੁਝ ਹੋ ਰਿਹਾ ਮੇਰੇ ਨਾਲ ਦੁਬਾਰਾ, ਮੈਂ ਵੀ ਪੈਨਿਕ ਹੋ ਗਈ ਆ। ਤਾਂ ਮੈਨੂੰ ਘਰ ਦੇ ਕਹਿੰਦੇ, ਮੇਰੀ ਸੱਸ ਕਹਿੰਦੀ ਹੈ, ਮੇਰੇ ਹਸਬੰਡ ਕਹਿੰਦੇ ਆ ਕਿ ਇੱਥੇ ਡਾਕਟਰ ਨਹੀਂ ਅੱਛੇ, ਆਪਣੇ ਡਾਕਟਰ ਅੱਛੇ ਨਹੀਂ ਹੈ, ਤੁਹਾਡੇ ਡਾਕਟਰ ਜ਼ਿਆਦਾ ਵਧੀਆ ਨੇ, ਤੁਸੀਂ ਮਤਲਬ ਮੈਂ ਨਾਨਾ ਜੀ ਨੂੰ ਫੋਨ ਕਰ ਦਿੰਨਾ ਤੇ ਉਹ ਤੈਨੂੰ ਲੈ ਜਾਣਗੇ ਤੇ ਉੱਥੇ ਟ੍ਰੀਟਮੈਂਟ ਕਰਾ ਲੈਣਗੇ। ਯਾਰ ਦੇਖੋ ਤੁਸੀਂ ਵੀ, ਜ਼ਿੰਮੇਵਾਰੀ ਤੁਹਾਡੀ, ਬੱਚਾ ਤੁਹਾਡਾ, ਨੂੰਹ ਤੁਹਾਡੀ, ਘਰ ਤੁਹਾਡੇ ਕੰਮ ਕਰਦੀ ਹੈ, ਆਪਣੇ ਪੇਕਿਆਂ ਤੋਂ ਲਿਆ ਕੇ ਤੁਹਾਡਾ ਘਰ ਭਰ ਰੱਖਿਆ ਔਰ ਟ੍ਰੀਟਮੈਂਟ ਵੀ ਉਹਦਾ ਤੁਹਾਡੇ, ਤੁਸੀਂ ਸਹੁਰਿਆਂ ਤੋਂ ਭਾਲਦੇ ਆ ਵੀ ਕੁੜੀ ਆਪਣੇ ਪੇਕਿਆਂ ਤੋਂ ਟ੍ਰੀਟਮੈਂਟ ਲਵੇ।
ਪਰ ਮੇਰੇ ਨਾਲ ਇਹ ਅਕਸਰ ਹੋਇਆ। ਮੇਰੇ ਨਾਲ ਤਿੰਨ ਚਾਰ ਮੇਰੀ ਗੁੜੀਆ ਹੋਈ। ਜਦੋਂ ਮੇਰੀ ਬੇਟੀ ਤੋਂ ਪਹਿਲਾਂ 3 ਅਬੋਰਸ਼ਨ ਹੋਏ ਔਰ ਮੇਰੀ ਬੇਟੀ ਤੇ ਬੇਟੇ ਤੋਂ ਬਾਅਦ ਵੀ ਮੇਰੇ 4 ਅਬੋਰਸ਼ਨ ਹੋਏ ਆ। 4 ਅਬੋਰਸ਼ਨ, ਇਹ ਤਿੰਨੋਂ 7 ਅਬੋਰਸ਼ਨ ਤੇ 2 ਮੇਰਾ ਬੇਟਾ ਤੇ ਬੇਟੀ ਡਿਲੀਵਰੀ ਮੇਰੀ। ਮੇਰੇ 9 ਕੇसेस ਮੇਰੇ ਪੇਕਿਆਂ ਨੇ ਕਰਵਾਏ ਆ। ਜਿੰਨਾ ਵੀ ਖਰਚਾ ਮੇਰਾ, ਜੋ ਵੀ ਟ੍ਰੀਟਮੈਂਟ ਚੱਲਦਾ ਰਿਹਾ, ਜੋ ਵੀ ਮੈਡੀਸਨ ਚੱਲਦੀ ਰਹੀ ਮੇਰੀ, ਸਾਰੇ ਮੇਰੇ ਪੇਕਿਆਂ ਨੇ ਮੇਰੇ ਟ੍ਰੀਟਮੈਂਟ ਕਰਵਾਏ ਆ। ਜਦੋਂ ਵੀ ਮੇਰੇ ਬੱਚੇ ਹੋਏ ਤਾਂ ਉਹਨਾਂ ਦੀ ਵੀ, ਜਿਵੇਂ ਮੈਨੂੰ ਡਿਲੀਵਰੀ ਆ ਮੇਰੀ ਨਾਰਮਲ ਹੋਈ, ਬਟ ਫਿਰ ਵੀ ਜਦੋਂ ਹਸਪੀਟਲ ਐਡਮਿਟ ਹੁੰਨੇ ਆਪਾਂ, ਉੱਥੇ ਕਿੰਨੀਆਂ ਮੈਡੀਸਨਸ ਲੱਗਦੇ ਆ। ਫਿਰ ਮੇਰਾ ਬੇਟਾ ਹੋਇਆ ਤਾਂ ਬੇਟਾ ਹੋਣ ਤੋਂ ਬਾਅਦ ਉਹਨੂੰ ਪੀਲੀਆ ਵਗੈਰਾ ਹੋ ਗਿਆ, ਕੁਝ ਹੋਰ ਵੀ 1-2 ਪ੍ਰੋਬਲਮ ਸੀਗੀਆਂ, ਤਾਂ ਫਿਰ ਉਹ ਮਤਲਬ ਵੀ ਉਹਦਾ ਵੀ ਟ੍ਰੀਟਮੈਂਟ ਚੱਲਿਆ 8-10 ਦਿਨਾਂ ਤੱਕ। ਤਾਂ ਉਸ ਟਾਈਮ ਤੇ ਤੁਸੀਂ ਦੇਖੋ, ਮੇਰਾ ਮਤਲਬ ਮੇਰੇ ਤੇ ਪੈਸਾ ਲਾਉਣਾ, ਮੈਨੂੰ ਦਵਾਈ ਦਵਾਉਣੀ, ਮੇਰਾ ਇਲਾਜ ਕਰਾਉਣਾ ਤਾਂ ਕੋਈ ਇਹਨਾਂ ਨੇ ਜ਼ਰੂਰੀ ਸਮਝਿਆ ਹੀ ਨਹੀਂ। ਉਸ ਟਾਈਮ ਤੇ ਖਾਲੀ ਮੇਰੇ ਨਾਲ ਰਹਿਣਾ, ਮੇਰੇ ਨਾਲ ਖੜੇ ਹੋਣਾ, ਇਹਨਾਂ ਨੇ ਉਹ ਵੀ ਜ਼ਰੂਰੀ ਨਹੀਂ ਸਮਝਿਆ। ਜਿੰਨੀ ਵਾਰ ਵੀ ਮੈਨੂੰ ਪਰੇਸ਼ਾਨੀ ਆਈ, ਜਿੰਨੀ ਵਾਰ ਵੀ ਪ੍ਰੋਬਲਮ ਆਈ ਨਾ, ਤਾਂ ਮੈਂ ਆਪਣੇ ਆਪ ਨੂੰ ਹਮੇਸ਼ਾ ਇਕੱਲੇ ਹੀ ਪਾਇਆ। ਹਸਪੀਟਲ ਦੇ ਵਿੱਚੋਂ ਮੇਰੇ 3 ਅਬੋਰਸ਼ਨ ਹੋ ਜਾਂਦੇ ਆ। ਉਸ ਟਾਈਮ ਵੀ ਮੇਰੀ ਸਿਚੁਏਸ਼ਨ ਇਹ ਸੀ ਕਿ ਮੇਰਾ ਅਬੋਰਸ਼ਨ ਹੋਇਆ ਦੂਸਰੀ ਵਾਰ, ਤਾਂ ਘਰ ਦੇ ਮਤਲਬ ਆਪਣੇ ਮੇਰੇ ਨਾਨਕੇ ਪਿੰਡ ਲੈ ਗਏ ਤਾਂ ਮੇਰਾ ਉੱਥੇ ਹੋਇਆ। ਫਿਰ ਮੈਨੂੰ ਦੁਬਾਰਾ ਇਸ ਤਰ੍ਹਾਂ ਹੁੰਦਾ ਤਾਂ ਉਸੇ ਟਾਈਮ ਤੇ ਮੈਨੂੰ ਫਿਰ ਇਹ ਪ੍ਰੋਬਲਮ ਆਉਂਦੀ ਹੈ। ਪਰ ਇਹ ਦੱਸਣ ਵਿੱਚ ਡਾਕਟਰ ਦੀ ਸਮਝ ਨਹੀਂ ਆ ਰਿਹਾ ਸੀ। ਸਭ ਕੁਝ ਸਹੀ ਹੁੰਦਿਆਂ ਮੇਰੀ ਇਹ ਕਿਉਂ ਸਿਚੁਏਸ਼ਨ ਮੇਰੀ ਇਸ ਤਰ੍ਹਾਂ ਹੋ ਜਾਂਦੀ ਹੈ। ਤਾਂ ਹੁਣ ਆਸ ਪੜੋਸੀਆਂ ਨੇ ਇਹ ਕਹਿਣਾ ਸ਼ੁਰੂ ਕਰਤਾ ਮੇਰੇ ਕੋਲੇ ਆ ਕੇ ਕਿ ਤੂੰ ਆਪਣਾ ਧਿਆਨ ਰੱਖਿਆ ਕਰ, ਤੇਰੀ ਸੱਸ ਨਹੀਂ ਚਾਹੁੰਦੀ ਕਿ ਤੇਰੇ ਬੱਚਾ ਹੋਵੇ, ਤੇਰੀ ਸੱਸ ਨਹੀਂ ਚਾਹੁੰਦੀ ਕਿ ਤੇਰੇ ਬੱਚੇ ਹੋਣ, ਕਿਉਂਕਿ ਉਹ ਆਪਣੀ ਜਿਹੜੀ ਬੇਟੀ ਹੈ ਐਕਸਪਾਇਰ ਹੋ ਗਈ ਹੈ, ਉਹਦੇ ਬੱਚੇ ਇੱਥੇ ਘਰ ਰੱਖਣਾ ਚਾਹੁੰਦੀ ਤੇ ਤੁਹਾਨੂੰ ਗੋਦ ਪਵਾਉਣਾ ਚਾਹੁੰਦੀ ਹੈ ਵੀ ਮੇਰੀ ਗੁੜੀਆ ਦੇ ਬੱਚੇ ਆ ਜਿਹੜੇ ਉਹ ਤੁਸੀਂ ਪਾਲੋ। ਤੇ ਮੈਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਤੇ ਨਾ ਯਕੀਨ ਹੋਣਾ ਸ਼ੁਰੂ ਹੋ ਗਿਆ ਕਿ ਹਰ ਵਾਰ ਮੇਰੇ ਨਾਲ ਇੱਥੇ ਜੇ ਆ ਕੇ ਇਸ ਸਮੇਂ ਤੇ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਹੋ ਜਾਂਦਾ ਹੈ। ਤੇ ਬਾਰ-ਬਾਰ ਉਹਨਾਂ ਨੇ ਇਹ ਵੀ ਕਹਿਣਾ ਕਿ ਤੁਸੀਂ ਤੁਹਾਡੇ ਬੱਚਾ ਨਹੀਂ ਹੁੰਦਾ, ਤੁਹਾਡੇ ਨਾਲ ਤਾਂ ਇਦਾਂ ਹੀ ਹੁੰਦਾ ਰਹਿਣਾ ਹੈਗਾ, ਤੇ ਤੁਸੀਂ ਆਪਣੀ ਨਨਾਣ ਦੇ ਬੱਚੇ ਆ ਨਾ ਜਿਹੜੇ, ਉਹਨਾਂ ਨੂੰ ਗੋਦ ਪਵਾ ਲਓ। ਪਰ ਮੈਂ ਇਸ ਚੀਜ਼ ਨਾਲ ਬਿਲਕੁਲ ਸਹਿਮਤ ਨਹੀਂ ਸੀ ਕਿ ਮੈਂ ਆਪਣੀ ਨਨਦ ਦੇ ਬੱਚੇ ਗੋਦ ਪਵਾਵਾਂ। ਕਿਉਂ ਗੋਦ ਪਵਾਵਾਂ ਜਦੋਂ ਮੈਂ ਖੁਦ ਮਾਂ ਬਣ ਸਕਦੀ ਹਾਂ ਨਾ, ਮੈਂ ਕਿਉਂ ਗੋਦ ਪਵਾਵਾਂ? ਹਾਂ, ਬੱਚੇ ਰੱਖਣੇ ਤੁਸੀਂ ਰੱਖੋ, ਬੱਚੇ ਪਾਲਣੇ ਆ, ਉਹ ਵੀ ਪਲ ਜਾਣਗੇ। ਪਰ ਇਹ ਕੀ ਹੋਇਆ, ਮੈਨੂੰ ਇਹਨਾਂ ਨੇ ਮਤਲਬ ਪੜੋਸੀਆਂ ਨੇ ਜਿਵੇਂ ਦੱਸਣਾ ਸ਼ੁਰੂ ਕੀਤਾ ਕਿ ਇਹ ਤੁਹਾਨੂੰ ਕਾਸੇ ਦੇ ਵਿੱਚ ਇਹ ਗੋਲੀਆਂ ਪਾ ਕੇ, ਟੇਬਲੇਟਸ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਮੈਡੀਸਨ ਦਿੰਦੇ ਆ ਜਿਹਦੇ ਨਾਲ ਤੁਹਾਡਾ ਮਿਸਕੈਰੇਜ ਹੋ ਜਾਂਦਾ ਹੈ। ਤਾਂ ਉਸ ਤੋਂ ਬਾਅਦ ਮੈਨੂੰ ਵੀ ਥੋੜਾ ਜਿਹੜਾ ਡਾਊਟ ਸੀ ਉਹ ਹੋਣਾ ਸ਼ੁਰੂ ਹੋ ਗਿਆ। ਫਿਰ ਮੈਨੂੰ ਜਦੋਂ ਮੈਂ ਚੌਥੀ ਵਾਰ ਕਨਸੀਵ ਕੀਤਾ ਤਾਂ ਮੈਂ ਆਪਣਾ ਬੜਾ ਧਿਆਨ ਰੱਖਿਆ। ਮੈਂ ਚੌਥੇ 5ਵੇਂ ਮਹੀਨੇ ਤੱਕ ਆਪਣੀ ਸੱਸ ਨੂੰ ਦੱਸਿਆ ਨਹੀਂ ਕਿ ਮੈਂ ਪ੍ਰੈਗਨੈਂਟ ਹੈ। ਔਰ ਇਹਨਾਂ ਨੇ ਮੈਨੂੰ ਮਤਲਬ ਦੇਖ ਕੇ ਐਸਟੀਮੇਟ ਕਰਨਾ ਕਿ ਤੂੰ ਸ਼ਾਇਦ ਪ੍ਰੈਗਨੈਂਟ ਹੈ, ਜਿਵੇਂ ਦੱਸ ਨਹੀਂ ਰਹੀ, ਤਾਂ ਮੈਂ ਇਹੀ ਕਹਿਣਾ ਕਿ ਨਹੀਂ ਮੈਂ ਓਕੇ ਹਾਂ। ਤਾਂ ਹੁਣ ਇਹ ਡਰ ਮੇਰੇ ਨਾ ਕਿਤੇ ਜ਼ਿਹਨ 'ਚ ਬੈਠ ਗਿਆ ਸੀਗਾ ਕਿ ਇਹ ਸ਼ਾਇਦ ਇਸ ਤਰ੍ਹਾਂ ਮੇਰੇ ਨਾਲ ਕਰਦੇ ਆ। ਔਰ ਮੈਂ ਇਹਦੇ ਬਾਰੇ ਕੋਈ ਪੁਸ਼ਟੀ ਨਹੀਂ ਕਰਦੀ ਕਿਉਂਕਿ ਮੈਂ ਸੁਣੀਆਂ ਸੁਣਾਈਆਂ ਗੱਲਾਂ ਕਹਿ ਰਹੀ ਹਾਂ ਕਿ ਇਹ ਇਸ ਤਰ੍ਹਾਂ ਮਤਲਬ ਆਸ ਪੜੋਸ ਤੇ ਕਹਿੰਦੇ ਸੀ ਕਿ ਤੇਰੇ ਨਾਲ ਇਹ ਇਸ ਤਰ੍ਹਾਂ ਕਰਦੀ ਹੈ, ਗੋਲੀਆਂ ਵਗੈਰਾ ਜਾਂ ਦਵਾਈ ਦਿੰਦੇ ਤੁਹਾਨੂੰ, ਕਿਉਂਕਿ ਇਹ ਆਸੇ-ਪਾਸੇ ਵੀ ਇਹ ਗੱਲ ਕਹਿੰਦੀ ਹੈ ਕਿ ਮੈਂ ਤਾਂ ਬਹੁਤ ਵਾਰ ਕਹਿਣੀ ਆਪਣੀ ਨੂੰਹ ਨੂੰ ਕਿ ਆਪਣੀ ਇਹ ਨਨਾਣ ਦੇ ਬੱਚਿਆਂ ਨੂੰ ਗੋਦ ਪਵਾ ਲੇ। ਤਾਂ ਦੇਖੋ ਜੀ, ਮੈਂ ਗੁੜੀਆ ਜਦੋਂ ਮੇਰੀ ਹੁੰਦੀ ਹੈ ਬੇਟੀ, ਤਾਂ ਮੈਂ ਉਹਦੇ ਬਾਰੇ ਕਿਸੇ ਨੂੰ ਨਹੀਂ ਦੱਸਿਆ। ਤਾਂ ਮੈਨੂੰ 5th ਮੰਥ ਹਾਂਜੀ ਲੱਗਦਾ ਤਾਂ ਮੇਰੇ ਨਾਨਕੇ ਮਤਲਬ ਮੈਨੂੰ ਇਹ ਆਪਣੇ ਘਰ ਲੈ ਆਂਦੇ ਆ। ਉਸ ਤੋਂ ਬਾਅਦ ਮੈਨੂੰ ਮੇਰੇ ਸਹੁਰੇ ਨਹੀਂ ਜਾਣ ਦਿੱਤਾ ਜਾਂਦਾ ਤੇ ਮੇਰੇ ਵਧੀਆ ਹੈਲਥੀ ਬੇਟੀ ਹੋ ਜਾਂਦੀ ਹੈ। ਔਰ ਬੇਟੀ ਮੇਰੀ ਹਸਪੀਟਲ ਦੇ ਵਿੱਚ ਹੁੰਦੀ ਹੈ, ਵਧੀਆ ਵਾਲੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਹੈ। ਮੈਨੂੰ ਬਹੁਤ ਅੱਛਾ ਟ੍ਰੀਟਮੈਂਟ ਹੈ, ਸਭ ਕੁਝ ਹੈ, ਪਰ ਕਿਤੇ ਨਾ ਕਿਤੇ ਕਮੀ ਹੈ। ਤਾਂ ਉਸ ਟਾਈਮ ਤੇ ਜਦੋਂ ਦੱਸਿਆ, ਮੇਰੇ ਘਰਦਿਆਂ ਨੇ ਫੋਨ ਕੀਤਾ ਕਿ ਤੁਹਾਡੇ ਗੁੜੀਆ ਹੋ ਗਈ, ਤਾਂ ਘਰਦਿਆਂ ਨੇ ਕੋਈ ਰਿਐਕਟ ਨਹੀਂ, ਮਤਲਬ ਮੇਰੀ ਸੱਸ ਨੇ, ਮੇਰੇ ਹਸਬੈਂਡ ਨੇ, ਮੇਰੀ ਨਨਦ ਨੇ, ਮੈਨੂੰ ਕਿਸੇ ਨੇ ਕੋਈ ਫੋਨ ਨਹੀਂ ਕੀਤਾ। ਵਧਾਈਆਂ ਤਾਂ ਬਹੁਤ ਵੱਡਾ ਮਤਲਬ ਇੱਕ ਵੱਡੀ ਗੱਲ ਸੀ ਇਹਨਾਂ ਲਈ। ਵਧਾਈਆਂ ਦਾ ਸ਼ਬਦ ਤਾਂ ਇਹ ਆਪਣੇ ਮੂੰਹ ਚੋਂ ਕੱਢ ਹੀ ਨਹੀਂ ਸਕਦੇ ਸੀ ਕਿਉਂਕਿ ਕੁੜੀ ਹੋ ਗਈ। ਤਾਂ ਇਸ ਚੀਜ਼ ਦਾ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਅਫਸੋਸ ਤੇ ਰੋਣਾ ਪਿੱਟਣਾ। ਕਿਤੇ ਨਾ ਕਿਤੇ ਹੁਣ ਇੱਥੇ ਮੇਰੇ ਜ਼ਿਹਨ ਵਿੱਚ ਇਹ ਚੀਜ਼ ਆਉਣੀ ਸ਼ੁਰੂ ਹੋ ਗਈ ਕਿ ਜੋ ਮੈਂ ਫੇਸ ਕੀਤਾ, ਮੇਰੀ ਦਾਦੀ ਨੇ ਮੇਰੇ ਨਾਲ ਕੀਤਾ, ਕੀ ਉਹ ਮੇਰੀ ਗੁੜੀਆ ਦੇ ਨਾਲ ਵੀ ਇਸ ਤਰ੍ਹਾਂ ਇਹ ਕਰਨਗੇ? ਮੇਰੀ ਗੁੜੀਆ ਦੀ ਵੀ ਸ਼ਾਇਦ ਉਹੀ ਜਗ੍ਹਾ ਹੈ ਜੋ ਮੇਰੀ ਜਗ੍ਹਾ ਸੀ ਮੇਰੇ ਦਾਦਕਿਆਂ ਲਈ। ਤਾਂ ਮੇਰੇ ਲਈ ਉਸ ਵੇਲੇ ਬਹੁਤ ਬੁਰਾ ਮੈਨੂੰ ਲੱਗਿਆ ਕਿ ਕੋਈ ਮੇਰੀ ਗੁੜੀਆ ਦਾ ਫੇਸ ਦੇਖਣ ਨਹੀਂ ਆਇਆ, ਕੋਈ ਮੇਰੀ ਬੱਚੀ ਨੂੰ ਮਿਲਣ ਨਹੀਂ ਆਇਆ। ਤਾਂ ਉਸ ਟਾਈਮ ਤੇ ਜੋ ਤੁਹਾਨੂੰ ਹਸਬੈਂਡ ਦੀ ਲੋੜ ਹੁੰਦੀ ਹੈ ਨਾ, ਆਪਣੇ ਪਰਿਵਾਰ ਦੀ ਲੋੜ ਹੁੰਦੀ ਹੈ। ਹੁਣ ਪੈਸੇ ਤਾਂ ਸਾਰੇ ਮੇਰੇ ਪੇਕੇ ਲਗਾ ਹੀ ਰਹੇ ਹੈ ਨਾ, ਉਸ ਟਾਈਮ ਤੇ ਤੁਸੀਂ ਤਾਂ ਸਿਰਫ ਆਣਾ ਹੈ ਤੇ ਗੁੜੀਆ ਦੇਖਣੀ ਹੈ ਤੇ ਇੱਕ ਦਿਖਾਵਾ ਹੀ ਕਰ ਦਿਓ ਨਾ ਮੇਰੇ ਕੋਲ ਆ ਕੇ, ਪਰ ਇਹਨਾਂ ਨੇ ਦਿਖਾਵਾ ਵੀ ਨਹੀਂ ਕੀਤਾ। ਹੁਣ ਮੈਨੂੰ ਵੀ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਮੇਰੀ ਗੁੜੀਆ ਹੋਣ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਹੈ। ਗੁੜੀਆ ਦੇਖਣ ਨਹੀਂ ਆਏ ਜੀ, ਕੋਈ ਨਹੀਂ ਇਹਨਾਂ ਦੇ ਵਿੱਚੋਂ ਆਇਆ। ਜਦੋਂ ਮੈਂ ਘਰ ਆ ਜਾਨੀ ਹੈ ਤੇ ਮੇਰੇ ਮਤਲਬ ਇਹ
13 ਦਿਨਾਂ ਦੀ ਗੁੜੀਆ ਹੋ ਜਾਂਦੀ ਹੈ, ਆਈ ਥਿੰਕ 13 ਦਿਨਾਂ ਦੀ ਜਾਂ 21 ਦਿਨਾਂ ਦੀ ਗੁੜੀਆ ਹੋ ਜਾਂਦੀ ਹੈ। ਤਾਂ ਸਾਰੇ ਮੈਨੂੰ ਫੋਨ ਕਰਦੇ ਆ ਪਹਿਲਾਂ ਇਹ ਕਿ ਅਸੀਂ 13 ਦਿਨਾਂ ਦੀ ਕੁੜੀ ਦੇਖਣ ਆਵਾਂਗੇ ਜਾਂ 21 ਦਿਨਾਂ ਦੀ ਕੁੜੀ, ਔਰ ਮੈਨੂੰ ਫੋਨ ਤੇ ਕਹਿਣਾ ਸ਼ੁਰੂ ਕਰ ਦਿੰਦੇ ਆ ਹਨਾ ਵੀ ਤੂੰ ਮਤਲਬ ਕੀ ਲੈ ਕੇ ਆਏਂਗੀ, ਕੀ ਕਰੀਏ। ਤਾਂ ਇੱਥੋਂ ਐਸਟੀਮੇਟ ਲਗਾ ਕੇ ਮੇਰੀ ਨਾਨੀ ਨੇ ਸੋਚਿਆ ਵੀ ਸ਼ਾਇਦ ਜੋ ਸਾਡੀ ਦੋਤੀ ਨਾਲ ਹੋਇਆ ਸੀ, ਇਹਦੀ ਦਾਦੀ ਨੇ ਐਕਸੈਪਟ ਨਹੀਂ ਕੀਤਾ, ਤਾਂ ਅਸੀਂ ਕਿਉਂ ਨਾ ਵੀ ਕੁੜੀ ਨੂੰ ਇਹਨਾਂ ਲਈ ਇੱਕ ਚੰਗੀ ਸਾਬਿਤ ਕਰੀਏ, ਇਹਨਾਂ ਨੂੰ ਐ ਲੱਗੇ ਕਿ ਸਾਡੇ ਘਰ ਲక్ష్ਮੀ ਆਈ ਹੈ। ਤਾਂ ਅਸੀਂ ਇਹਨਾਂ ਨੂੰ ਗੱਡੀ ਦੇ ਵਿਆਹ ਵੇਲੇ ਪੈਸੇ ਦਿੱਤੇ ਸੀ, ਪਰ ਇਹਨਾਂ ਨੇ ਗੱਡੀ ਨਹੀਂ ਲਈ। ਕਿ ਸਾਡੀ ਕੁੜੀ, ਮੇਰੇ ਨਾਨਕੇ ਸੋਚਦੇ ਸੀਗੇ ਕਿ ਸਾਡੀ ਕੁੜੀ ਜਦੋਂ ਇੱਥੇ ਮਿਲਣ ਆਉਂਦੀ ਹੈ ਘਰ, ਤਾਂ ਇਹ ਮੋਟਰਸਾਈਕਲ ਤੇ ਬਾਈਕ ਤੇ ਆਉਂਦੇ ਆ ਤਾਂ ਸਾਨੂੰ ਚੰਗਾ ਨਹੀਂ ਲੱਗਦਾ, ਤਾਂ ਅਸੀਂ ਇੱਕ ਵਾਰ ਕਿਉਂ ਨਾ ਇਹਨਾਂ ਨੂੰ ਫਿਰ ਤੋਂ ਗੱਡੀ ਦੇ ਦਈਏ, ਤੇ ਨਾਲੇ ਕੁੜੀ ਦੇ ਬਹਾਨੇ ਕੁੜੀ ਦੀ ਸ਼ੂਸ਼ਕ ਹੋ ਜਾਣੀ ਕਿ ਅਸੀਂ ਆਪਣੀ ਮਤਲਬ ਦੋਤੀ ਦੇ ਬੱਚੇ ਨੂੰ ਸ਼ੂਸ਼ਕ ਦਿੱਤੀ ਹੈ, ਤੇ ਨਾਲੇ ਕੁੜੀ ਦਾ ਇਹ ਸਤਿਕਾਰ ਕਰਨਗੇ ਕਿ ਸਾਡੇ ਘਰ ਲక్ష్ਮੀ ਆਈ ਹੈ ਤੇ ਪੈਸੇ ਲੈ ਕੇ ਆਈ ਹੈ। ਮੇਰੇ ਘਰਦਿਆਂ ਨੇ ਜੀ ਉੱਥੇ ਨਾਨੇ ਨੇ ਇੱਕ ਗੱਡੀ ਦੇਖੀ ਹੈ ਇਹਨਾਂ ਵਾਸਤੇ, ਤੇ ਇਹਨਾਂ ਨੂੰ ਸੈਕੰਡ ਹੈਂਡ ਗੱਡੀ ਲੈ ਕੇ ਦਿੱਤੀ ਹੈ। ਤਾਂ ਮੈਂ ਇਹਨਾਂ ਨੂੰ ਫੋਨ ਤੇ ਜਿਵੇਂ ਕਿ ਦੱਸਿਆ ਕਿ ਇਹ ਸਾਰੇ ਘਰ ਦੇ ਵੀ ਗੱਡੀ ਦੇਣ ਨੂੰ ਕਹਿ ਰਹੇ ਹੈ। ਤਾਂ ਇਹਨਾਂ ਨੇ ਗਾਂ ਤੋਂ ਪੁੱਛਿਆ ਕਿ ਕਿਹੜੀ ਗੱਡੀ, ਤਾਂ ਮੈਂ ਉਸ ਟਾਈਮ ਤੇ ਕਿਹਾ ਦੇਖੋ ਗੱਡੀ ਦੇ ਤਾਂ ਇਹਨਾਂ ਨੇ ਤੁਹਾਨੂੰ ਵਿਆਹ ਵੇਲੇ ਪੈਸੇ ਦਿੱਤੇ ਸੀ ਨਾ, ਹੁਣ ਤਾਂ ਇਹ ਆਪਣੀ ਮਰਜ਼ੀ ਨਾਲ ਇੱਕ ਡੰਗ ਲਾਉਣ ਲਈ ਵੀ ਇੱਕ ਜੈਨ ਗੱਡੀ ਦੇਖੀ ਹੈ ਇਹਨਾਂ ਨੇ, ਜਾਂ ਆਲਟੋ ਗੱਡੀ ਦੇਖ ਲੈਣਗੇ ਵੀ ਤੁਸੀਂ ਦੱਸ ਦਿਓ ਆਲਟੋ ਲੈਣੀ ਹੈ ਜਾਂ ਜੈਨ ਗੱਡੀ ਲੈਣੀ ਹੈ। ਔਰ ਘਰਦਿਆਂ ਨੂੰ ਇਹ ਵੀ ਸੀ ਕਿ ਮੇਰੇ ਹਸਬੈਂਡ ਆ ਜਿਹੜੇ ਬਹੁਤ ਜ਼ਿਆਦਾ ਡਰਿੰਕ ਕਰਦੇ ਆ, ਬਹੁਤ ਡਰਿੰਕ ਕਰਦੇ ਆ, ਉਹਨਾਂ ਨੂੰ ਇਹ ਸੀ ਕਿ ਜੇ ਕਿ ਥੋੜੀ ਵੱਡੀ ਗੱਡੀ ਵੀ ਲੈ ਦਿੰਨੇ ਆ ਤਾਂ ਸਾਨੂੰ ਯਕੀਨ ਨਹੀਂ ਵੀ ਇਹ ਕਾਸੇ ਦੇ ਵਿੱਚ ਮਾਰ ਨਾ ਦੇਣ, ਐਕਸੀਡੈਂਟ ਨਾ ਹੋ ਜਾਵੇ, ਵੀ ਇਹ ਛੋਟੀ ਗੱਡੀ ਨੂੰ ਮੈਨੇਜ ਕਰ ਲੈਣਗੇ ਥੋੜਾ। ਤਾਂ ਉਸ ਟਾਈਮ ਤੇ ਇਹਨਾਂ ਨੇ ਆਪਣੀ ਖੁਸ਼ੀ ਵੱਲੋਂ ਮੈਨੂੰ ਗੱਡੀ ਦੇਤੀ ਹੈ, ਤੇ ਮੈਂ ਗੁੜੀਆ ਨੂੰ ਲੈ ਕੇ ਮਤਲਬ ਥੋੜਾ ਪਿੱਛੇ ਆ ਜਾਂਦੇ ਆ। ਜਦੋਂ ਇਹ ਗੁੜੀਆ ਦੇਖਣ ਆਉਂਦੇ ਆ ਤਾਂ ਮੈਨੂੰ ਇਹ ਗੁੜੀਆ ਨੂੰ ਦੇਖਣ ਆਏ, ਮੇਰਾ ਹੀ ਬਣਾ ਕੇ ਘਰ ਘਿਓ ਜਮਾ ਕਰਕੇ ਰੱਖਿਆ ਸੀ, ਬਸ ਇਹ ਇਕੱਲਾ ਘਿਓ ਲਿਆਏ ਆ ਤੇ ਮੈਨੂੰ 1100 ਰੁਪਇਆ ਦਵਾਈਆਂ ਦਾ ਇੱਕ ਵਿਖਾਵੇ ਦੇ ਤੌਰ ਤੇ ਦੇ ਗਏ ਆ। ਤੇ ਮੇਰੇ ਤੋਂ ਮੇਰੀ ਗੁੜੀਆ ਹੋਈ ਆ ਤਾਂ ਮੇਰੇ ਘਰਦਿਆਂ ਤੋਂ ਪੂਰਾ ਟੈਂਟ ਲਵਾ ਕੇ ਇਹਨਾਂ ਨੇ ਆਪਣਾ ਮਾਨ ਸਨਮਾਨ ਸਤਿਕਾਰ ਕਰਵਾਇਆ ਕਿ ਅਸੀਂ ਆ ਰਹੇ ਹਾਂ ਆਪਣੇ 2-4 ਰਿਸ਼ਤੇਦਾਰ ਲੈ ਕੇ, ਵੀ ਸਾਡਾ ਪੂਰਾ ਮਾਨ ਸਨਮਾਨ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਆਇਆਂ ਨੂੰ ਜੀ ਵਧੀਆ ਸੋਹਣੇ ਕੱਪੜੇ, ਸੂਟ, ਜੋ ਵੀ ਰੀਤੀ ਰਿਵਾਜ ਦੇ ਹਿਸਾਬ ਨਾਲ ਸਮਾਨ ਹੁੰਦਾ ਉਹ ਸਾਰਾ ਇਹਨਾਂ ਨੂੰ ਦਿੱਤਾ ਗਿਆ। ਜਦੋਂ ਸਾਰਾ ਸਮਾਨ ਇਹ ਲੈ ਕੇ ਗਏ ਤਾਂ ਫਿਰ ਵੀ ਇਹਨਾਂ ਨੇ ਮੈਨੂੰ ਤੇ ਮੇਰੀ ਗੁੜੀਆ ਨੂੰ ਕੁਝ ਨਹੀਂ ਦੇ ਕੇ ਗਏ ਆ। ਇਹ ਬਸ ਸਿਰਫ ਮੇਰਾ ਬਣਾਇਆ ਹੋਇਆ ਘਿਓ ਤੇ 1100 ਰੁਪਇਆ, ਔਰ ਮੇਰੀ ਗੁੜੀਆ ਨੂੰ 2 ਸੂਟ ਲੈ ਕੇ ਆਏ, ਉਹ ਵੀ ਮੇਰੀ ਗੁੜੀਆ ਦੇ ਫਿੱਟ ਨਹੀਂ ਆਏ, ਬਸ ਨਸੀਬ 'ਚ ਹੀ ਨਹੀਂ ਸੀਗੇ ਇਹਨਾਂ ਦਾ ਕੁਝ ਪਾਣਾ। ਤੇ ਫਿਰ ਜੀ ਇਹਨਾਂ ਨੇ ਜਿਵੇਂ ਵਾਪਿਸ ਗਏ, ਇਹ ਗੱਡੀ ਵੀ ਇਹਨਾਂ ਨੂੰ ਦੇਤੀ, ਤਾਂ ਮੈਨੂੰ ਕਹਿੰਦੇ ਵੀ ਮਹੀਨੇ ਦੀ ਤੂੰ ਆ ਜੀ, ਜਦੋਂ ਗੁੜੀਆ ਮਹੀਨੇ ਦੀ ਹੋ ਗਈ ਤਾਂ ਆ ਜਾਈ ਘਰ, ਜਦੋਂ ਨਾਰਮਲ ਹੋਈ ਆ ਗੁੜੀਆ। ਤਾਂ ਮੈਂ ਮਹੀਨੇ ਦੀ ਹੁੰਨੀ ਆ ਤਾਂ ਮੈਨੂੰ ਇਹ ਮਤਲਬ ਲੈਣ ਵੀ ਨਹੀਂ ਆਉਂਦੇ ਕਿ ਆਪ ਹੀ ਛੱਡ ਜੋ ਤੁਸੀਂ। ਤੇ ਫਿਰ ਮੈਨੂੰ ਇਹ ਉਸੇ ਗੱਡੀ ਤੇ ਛੱਡ ਆਉਂਦੇ ਜੋ ਮੈਨੂੰ ਦਿੱਤੀ ਸੀ। ਹੁਣ ਗੱਡੀ ਮੈਨੂੰ ਦੇ ਦਿੱਤੀ ਹੈ, ਪਰ ਮੇਰੀ ਕੋਈ ਕੁੜੀ ਦਾ ਘਰ ਵੈਲਕਮ ਨਹੀਂ ਹੈ, ਕੋਈ ਮੇਰਾ ਵੈਲਕਮ ਨਹੀਂ ਹੈ, ਕੁਛ ਨਹੀਂ ਹੈ। ਬਸ ਉਹੀ ਮੈਨੂੰ ਤਾਨੇ ਮੇਨੇ ਸਭ ਕੁਝ ਵੀ ਕੁੜੀ ਹੋ ਗਈ ਹੈ। ਪਹਿਲਾਂ ਮੈਨੂੰ ਕਹਿੰਦੇ ਸੀਗੇ ਕਿ ਤੂੰ ਬਦਨਸੀਬ ਹੈ, ਤੂੰ ਮਾੜੀ ਹੈ, ਸਾਡੇ ਲਈ ਅਨਲੱਕੀ ਹੈ, ਕਿਉਂਕਿ ਤੇਰੇ ਆਉਣ ਤੋਂ 1 ਮਹੀਨਾ ਬਾਅਦ ਸਾਡੀ ਕੁੜੀ ਨੇ ਸੁਸਾਈਡ ਕਰ ਲਿਆ। ਕਿਉਂਕਿ ਮੇਰੀ ਨਨਦ ਮੈਰਿਡ ਸੀ, ਉਹਨਾਂ ਦੇ ਕੁਝ ਆਪਣੇ ਪਰਸਨਲ ਇਸ਼ੂ ਸੀ ਹਸਬੈਂਡ ਵਾਈਫ ਦੇ, ਜਿਨ੍ਹਾਂ ਦੇ ਚੱਲਦਿਆਂ ਮੇਰੀ ਨਨਦ ਨੇ ਸੁਸਾਈਡ ਕੀਤਾ। ਪਰ ਉਹਦਾ ਜਿਹੜਾ ਬਲੇਮ ਸੀ ਸੁਸਾਈਡ ਦਾ, ਉਹ ਮੇਰੇ ਸਿਰ ਪੈਂਦਾ ਰਿਹਾ। ਹਰ ਵਾਰ ਇਹਨਾਂ ਨੇ ਉਸ ਚੀਜ਼ ਨੂੰ ਮੈਨੂੰ ਇਹ ਕਹਿਣਾ ਕਿ ਤੂੰ ਸਾਡੇ ਲਈ ਅਸ਼ੁਭ ਹੈ, ਤੂੰ ਅਨਲੱਕੀ ਹੈ, ਤੂੰ ਇਹੋ ਜੀ ਸਾਡੇ ਘਰੇ ਆਈ ਹੈ, ਸਾਡੀ ਕੁੜੀ ਖਾ ਗਈ। ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਵੀ ਮੈਂ ਇਹਨਾਂ ਦੀ ਕੁੜੀ ਕਿਵੇਂ ਖਾ ਗਈ ਹੈ। ਮੈਂ ਆਪਣੇ ਪੇਕੇ 18 ਸਾਲ ਦੀ ਹੋ ਕੇ ਆਈ ਸੀ, ਮੈਂ ਪੇਕਿਆਂ ਵਿੱਚ ਕਿਸੇ ਨੂੰ ਨਹੀਂ ਖਾਦਾ ਸੀਗਾ, ਪਤਾ ਨਹੀਂ ਇੱਥੇ ਕਿਵੇਂ ਖਾ ਗਈ ਇਹਨਾਂ ਨੂੰ। ਫਿਰ ਇਹਨਾਂ ਨੇ ਉਸ ਤੋਂ ਬਾਅਦ ਜੀ ਜਦੋਂ ਮੇਰੀ ਗੁੜੀਆ ਇੱਥੇ ਆਈ ਹੈ ਤਾਂ ਮੈਂ ਦੇਖਿਆ ਕਿ ਛੱਤ ਵਾਲਾ ਪੱਖਾ ਵੀ ਕੋਈ ਨਹੀਂ ਹੈਗਾ ਹਨਾ। ਤੇ ਗੁੜੀਆ ਨੂੰ ਮੈਂ ਆਪਣੇ ਸਾਡੇ ਉਸ ਗੈਲਰੀ ਦੇ ਵਿੱਚ ਜਿਵੇਂ 4 ਪਾਈਆਂ ਮੰਜੇ ਜਿਹਨੂੰ ਬੋਲਦੇ ਡਾ ਕੇ ਅਸੀਂ ਪੈ ਜਾਣਾ, ਤੇ ਰਾਤ ਨੂੰ ਮੱਛਰ ਨੇ ਕੱਟਣਾ। ਹੁਣ ਗੁੜੀਆ ਜੂਨ ਦੇ ਐਂਡ ਤੇ ਹੁੰਦੀ ਹੈ, 29 ਜੂਨ ਨੂੰ। ਤਾਂ ਅੱਗੇ ਜਿਹੜਾ ਮੌਸਮ ਹੈ 1 ਮਹੀਨੇ ਬਾਅਦ ਜਿਹੜਾ ਜੁਲਾਈ ਦਾ ਮੌਸਮ ਸੀਗਾ, ਜੁਲਾਈ ਆ ਗਈ ਸੀ, ਤਾਂ ਜੁਲਾਈ ਦੇ ਵਿੱਚ ਮੌਸਮ ਬਦਲ ਜਾਂਦਾ ਹੈ, ਜਿਵੇਂ ਕਿ ਸੌਣ ਭਾਦੋਂ ਆ ਜਾਂਦਾ, ਤੇ ਉਦੋਂ ਬਹੁਤ ਜ਼ਿਆਦਾ ਤੇਜ਼ ਹਵਾ ਕੂਲਰ ਦੀ ਨਾਲ ਬੱਚਾ ਬਿਮਾਰ ਹੋ ਜਾਂਦਾ, ਵੱਡੇ ਵੀ ਬਿਮਾਰ ਹੋ ਜਾਂਦੇ, ਕਿਉਂਕਿ ਮੌਸਮ ਚੇਂਜ ਹੋ ਜਾਂਦਾ ਨਾ, ਨਮੀ ਵਾਲੀ ਹਵਾ ਹੋ ਜਾਂਦੀ ਹੈ। ਤਾਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਪੱਖਾ ਛੱਤ ਵਾਲਾ ਲਵਾ ਲਓ, ਵੀ ਆਪਣੇ ਹੁਣ ਘਰ ਛੋਟੀ ਬੱਚੀ ਹੈ। ਤਾਂ ਮੈਨੂੰ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ, ਹਾਂ ਅੱਜ ਲਵਾਉਣੇ ਆ, ਸਵੇਰ ਲਵਾਉਣੇ, ਅੱਜ ਲਵਾਉਣੇ। ਤਾਂ ਮੇਰਾ ਇਸੇ ਤਰ੍ਹਾਂ ਕਰਕੇ ਜੀ ਮੇਰਾ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ, ਪਰ ਇਹਨਾਂ ਨੇ ਮੈਨੂੰ ਪੱਖਾ ਨਹੀਂ ਲਵਾਇਆ, ਤੇ ਇਹਦੇ ਵਿੱਚ ਮੇਰੀ 3 ਵਾਰ ਗੁੜੀਆ ਬਿਮਾਰ ਹੋ ਗਈ। ਜਦੋਂ ਗੁੜੀਆ ਬਿਮਾਰ ਹੋ ਜਾਂਦੀ ਤਾਂ ਫੋਨ ਕਰਨਾ ਮੈਨੂੰ ਆਪਣੇ ਪੇਕੇ ਪੈਂਦਾ, ਕਿਉਂਕਿ ਇਹ ਆਪਣੀ ਗੁੜੀਆ ਨੂੰ ਵੀ ਦਵਾਈ ਨਹੀਂ ਦਵਾਉਂਦੇ ਸੀ। ਹੁਣ ਮੈਨੂੰ ਤਾਂ ਦਵਾਈ ਨਹੀਂ ਦਵਾਉਂਦੇ ਸੀ, ਆਪਣੀ ਗੁੜੀਆ ਨੂੰ ਵੀ ਬਿਮਾਰ ਨੂੰ ਇਹ ਮੈਡੀਸਿਨ ਨਹੀਂ ਕਰਾਉਂਦੇ ਸੀ। ਤਾਂ ਘਰਦਿਆਂ ਨੇ ਮੇਰਿਆਂ ਨੇ ਸੋਚਿਆ, ਮੇਰੇ ਨਾਨਾ ਜੀ ਕਹਿੰਦੇ ਵੀ ਰੋਜ਼-ਰੋਜ਼ ਦਵਾਈਆਂ, ਪਹਿਲਾਂ ਗੱਡੀ ਚੱਕ ਕੇ ਜਾਂਦੀ ਆ, ਫਿਰ ਦਵਾਈ ਦਵਾ ਕੇ ਫਿਰ ਛੱਡ ਕੇ ਆਨੇ ਆ ਵਾਪਿਸ। ਉਸ ਤੋਂ ਬੈਟਰ ਹੈ ਵੀ ਕੁੜੀ ਬਿਮਾਰ ਹੁੰਦੀ ਹੈ ਤੇਜ਼ ਹਵਾ ਨਾਲ, ਤੇ ਆਪਾਂ ਛੱਤ ਵਾਲੇ ਪੱਖੇ ਦੇ ਦੇਣੇ 2। ਤਾਂ ਇੱਥੇ ਗੱਲ ਇਹ ਹੈ ਕਿ ਜੋ ਆਪਣੇ ਆਪ ਨੂੰ ਵੱਡੇ ਫਾਨੇ ਖਾਂ ਅੱਜ ਕਹਿੰਦੇ ਫਿਰਦੇ ਆ ਨਾ,
ਤਾਂ ਅੱਜ ਉਹਨਾਂ ਦੀ ਸੱਚਾਈ ਹੈ ਜਿਹੜੀ ਉਧੜਨ ਲੱਗੀ ਹੈ। ਤਾਂ ਉਹ ਸਾਰੇ ਜਿਹੜੇ ਜਾਣਦੇ ਨੇ, ਮੇਰੀ ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ, ਜਿਨ੍ਹਾਂ ਨੂੰ ਨਹੀਂ ਪਤਾ ਪਰ ਉਹਨਾਂ ਨੂੰ ਜਾਣਦੇ ਆ, ਉਹਨਾਂ ਲਈ ਇਹ ਚੀਜ਼ਾਂ ਕਿ ਛੱਤ ਵਾਲੇ ਪੱਖੇ ਵੀ ਮੇਰੇ ਘਰਦਿਆਂ ਨੇ ਲਾ ਕੇ ਦਿੱਤੇ ਹੋਏ ਉਸ ਘਰ ਦੇ ਵਿੱਚ। ਮੈਨੂੰ ਇੱਕ ਬਾਰ ਗੈਲਰੀ ਵਿੱਚ ਪੱਖਾ ਲਗਾ ਕੇ ਦਿੱਤਾ, ਇੱਕ ਮੇਰੇ ਬੈਡਰੂਮ ਵਿੱਚ। ਇਹਨਾਂ ਨੇ ਘਰ ਨਵਾਂ ਪਾ ਕੇ ਛੱਤ ਵਾਲੇ ਪੱਖੇ ਵੀ ਨਹੀਂ ਲਗਾਏ ਸੀ। ਮੇਰੀ ਸੱਸ ਔਰ ਸਹੁਰੇ ਦਾ ਜਿਹੜਾ ਕਮਰਾ ਸੀ ਉਹਦੇ ਵਿੱਚ ਇੱਕ ਛੱਤ ਵਾਲਾ ਪੱਖਾ ਲੱਗਿਆ ਸੀ, ਉਹ ਇਹਨਾਂ ਨੇ ਆਪਣੇ ਨੇ ਲਵਾਇਆ ਸੀ, ਉਹਦੇ ਵਿੱਚ ਸਾਨੂੰ ਬੈਠਾ ਨਹੀਂ ਦਿੱਤਾ ਜਾਂਦਾ ਸੀ। ਤਾਂ ਜਦੋਂ ਪੱਖਾ ਲਗਾਤਾ ਤੇ ਮੈਨੂੰ ਐ ਰਾਹਤ ਤੀ। ਮੈਂ ਵੀ 2 ਮਹੀਨੇ ਜਿਹੜੇ ਗਰਮੀ ਤੋਂ ਸਰਦੀ ਦੇ ਦਰਮਿਆਨ ਹੁੰਦੇ ਆ ਬਹੁਤ ਸੋਹਣੇ ਕੱਢੇ ਕਿ ਮੇਰੀ ਗੁੜੀਆ ਨੂੰ ਚਲੋ ਇੱਥੇ ਆਰਾਮਦਾਰੀ ਮਿਲ ਗਈ ਹੈ, ਮੇਰੀ ਗੁੜੀਆ ਨੂੰ ਵਧੀਆ ਆਰਾਮ ਆ ਗਿਆ, ਹੁਣ ਸਾਡਾ ਵਧੀਆ ਦਿਨ ਲੰਘਣ ਵਾਲਾ ਹੈ। ਔਰ ਇੱਥੇ ਅਨਫੋਰਚੂਨੇਟਲੀ ਮੈਨੂੰ ਪਤਾ ਚੱਲਦਾ ਹੈ ਕਿ ਗੁੜੀਆ ਮੇਰੀ 3-4 ਮਹੀਨੇ ਦੀ ਹੋ ਜਾਂਦੀ ਹੈ। ਔਰ ਇਸ ਦਰਮਿਆਨ ਮੈਨੂੰ ਦੁਬਾਰਾ ਤੋਂ ਪਤਾ ਚੱਲਦਾ ਕਿ ਬਾਈ ਚਾਂਸ ਕਿ ਮੈਨੂੰ ਪ੍ਰੈਗਨੈਂਸੀ ਦੇ ਸਿੰਪਟਮਸ ਆਣੇ ਸ਼ੁਰੂ ਹੋ ਜਾਂਦੇ। ਔਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਵੈਸੇ ਆਫਟਰ ਡਿਲੀਵਰੀ ਇਸ ਤਰ੍ਹਾਂ ਦੀ ਕੁਝ ਇਹ ਚਾਂਸਸ ਹੋ ਰਹੇ ਆ ਮੇਰੇ ਨਾਲ। ਕੋਈ ਬਹੁਤ ਮੈਂ ਧਿਆਨ ਨਹੀਂ ਦਿੱਤਾ ਇਸ ਚੀਜ਼ ਨੂੰ, ਪਰ ਜਦੋਂ ਮੈਨੂੰ ਜ਼ਿਆਦਾ ਫੀਲ ਹੋਣਾ ਸ਼ੁਰੂ ਹੋਇਆ, ਮੇਰਾ ਜੀ ਘਬਰਾਉਣਾ ਸ਼ੁਰੂ ਹੋਇਆ, ਤਾਂ ਮੈਂ ਇੱਕ ਜਾ ਕੇ ਆਪਣੇ ਮਨ ਦੀ ਤਸੱਲੀ ਲਈ ਟੈਸਟ ਕਰਵਾਇਆ। ਔਰ ਅਚਾਨਕ ਮੇਰਾ ਜਦੋਂ ਰਿਪੋਰਟ ਆਈ ਤਾਂ ਮੈਂ ਸ਼ੌਕਡ ਰਹਿ ਗਈ ਕਿ ਮੈਨੂੰ ਉਹਦੇ ਵਿੱਚ ਪ੍ਰੈਗਨੈਂਸੀ ਸੀ। ਹੁਣ ਮੇਰੇ ਲਈ ਇਹ ਬਹੁਤ ਜ਼ਿਆਦਾ ਦੁਵਿਧਾ ਦਾ ਸਮਾਂ ਸੀ। ਆਪਣੀਆਂ ਮੁਸੀਬਤਾਂ ਲਈ ਮੇਰੇ ਪੇਕੇ ਕੱਲ ਇੰਨਾ ਵੱਡਾ ਖਰਚਾ ਕਰਕੇ ਹਟਿਆ ਮੇਰੇ ਤੇ, ਔਰ ਮੇਰੇ ਲਈ ਬਹੁਤ ਜ਼ਿਆਦਾ ਇਹ ਵੱਡੀ ਸਿਰਦਰਦੀ ਬਣ ਚੁੱਕੀ ਸੀ। ਮੈਨੂੰ ਸ਼ਰਮ ਨਾਲ ਮੈਂ ਆਪਣੇ ਘਰਦਿਆਂ ਨੂੰ ਵੀ ਨਹੀਂ ਦੱਸ ਰਹੀ ਸੀ ਕਿ ਮੈਨੂੰ ਦੁਬਾਰਾ ਪ੍ਰੈਗਨੈਂਸੀ ਹੈ ਜਾਂ ਕੁਛ ਇਸ ਤਰ੍ਹਾਂ। ਤਾਂ ਮੈਂ ਮੇਰੇ ਹਸਬੈਂਡ ਨੂੰ ਬੋਲਿਆ ਕਿ ਦੇਖੋ ਇਹ ਗੱਲਾਂ ਬਾਰ-ਬਾਰ ਆਪਣੇ ਪੇਕਿਆਂ 'ਚ ਦੱਸਣ ਵਾਲੀਆਂ ਨਹੀਂ ਹੁੰਦੀਆਂ, ਕਿ ਕੁੜੀ ਨੂੰ ਬੜੀ ਝਿਜਕ ਹੁੰਦੀ ਹੈ ਨਾ ਆਪਣੇ ਪੇਕਿਆਂ ਨਾਲ ਹਰ ਤਰ੍ਹਾਂ ਦੀ ਗੱਲ ਕਰਨੀ। ਇਸ ਤਰ੍ਹਾਂ ਮੈਨੂੰ ਚੰਗਾ ਨਹੀਂ ਲੱਗਦਾ ਕਿ ਆਪਾਂ ਕੁਛ ਇਹਦਾ ਕਰਵਾ ਲਈਏ ਟ੍ਰੀਟਮੈਂਟ। ਜਾਂ ਵੀ ਮੈਂ ਆਪਣੇ ਹਸਬੈਂਡ ਨੂੰ ਬੋਲਿਆ ਕਿ ਆਪਾਂ ਆਪਣਾ ਟ੍ਰੀਟਮੈਂਟ ਕਰਵਾ ਲੈਨੇ ਆ ਤੇ ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਤੇ ਆਪਾਂ ਕੁਛ ਆਪਣਾ ਦੇਖ ਲੈਨੇ ਆ। ਤਾਂ ਉਹਦੇ ਵਿੱਚ ਮੇਰੀ ਗੁੜੀਆ ਉਸ ਟਾਈਮ ਤੇ 4 ਮਹੀਨਿਆਂ ਦੀ ਜਾਂ 5 ਮਹੀਨੇ ਦੀ ਹੋਣੀ ਹੈ ਤੇ ਮੈਨੂੰ ਦੂਸਰਾ ਤੀਸਰਾ ਮਹੀਨਾ ਬਸ ਕੁਝ ਜ਼ਿਆਦਾ ਨਹੀਂ ਸੀ, ਸ਼ਾਇਦ ਦੂਸਰਾ ਮਹੀਨਾ ਹੀ ਸੀ। ਤੇ ਮੈਂ ਇਹਨਾਂ ਨੂੰ ਬੋਲਿਆ ਕਿ ਆਪਾਂ ਕੁਝ ਅਬੋਰਸ਼ਨ ਵਗੈਰਾ ਜਾਂ ਕੁਝ ਹੋਰ ਟ੍ਰੀਟਮੈਂਟ ਹੈ ਤਾਂ, ਕਿਉਂਕਿ ਗੁੜੀਆ ਬਹੁਤ ਛੋਟੀ ਹੈ। ਤਾਂ ਇਹਨਾਂ ਨੇ ਕਿਹਾ ਕਿ ਹੁਣ ਇਹਨਾਂ ਦੇ ਦਿਮਾਗ ਵਿੱਚ ਉਲਟਾ ਕੀੜਾ ਦੌੜਨਾ ਸ਼ੁਰੂ ਹੋ ਗਿਆ ਮੈਨੂੰ ਪਰੇਸ਼ਾਨ ਕਰਨ ਵਾਲਾ, ਕਿ ਤੂੰ ਕੁੜੀ ਮਤਲਬ ਪੈਦਾ ਕੀਤੀ ਹੈ, ਕਿ ਸਾਨੂੰ ਮੁੰਡਾ ਪੈਦਾ ਕਰਕੇ ਦਿੱਤਾ ਹੈਗਾ, ਹੋ ਸਕਦਾ ਹੁਣ ਮੁੰਡਾ ਹੋਵੇ। ਤਾਂ ਮੇਰੇ ਹਸਬੈਂਡ ਦੀ ਸੋਚ ਸੀ। ਤੇ ਹਾਲਾਂਕਿ ਮੇਰੀ ਸੱਸ ਨਹੀਂ ਸਹਿਮਤ ਸੀ, ਨਾ ਮੇਰੀ ਗੁੜੀਆ ਤੇ ਖੁਸ਼ ਸੀ, ਨਾ ਮੇਰੀ ਦੁਬਾਰਾ ਪ੍ਰੈਗਨੈਂਸੀ ਤੇ। ਔਰ ਮੈਂ ਉਸ ਟਾਈਮ ਤੇ ਮੰਨਿਓ ਕਿ ਮੈਂ ਇਹੀ ਚਾਹੁੰਦੀ ਸੀ ਕਿ ਮੇਰਾ ਜਿਹੜਾ ਅਬੋਰਸ਼ਨ ਹੈ ਹੋ ਜੇ, ਜਾਂ ਮੈਨੂੰ ਇਹ ਪ੍ਰੈਗਨੈਂਸੀ ਨਹੀਂ ਚਾਹੀਦੀ, ਕਿਉਂਕਿ ਮੇਰੀ ਗੁੜੀਆ ਬਹੁਤ ਛੋਟੀ ਸੀ। ਮੈਂ ਉਹਨੂੰ ਮੈਂ ਹਜੇ ਕੋਈ ਸੈਕੰਡ ਬੇਬੀ ਦਾ ਮੇਰੇ ਕੋਈ ਦਿਮਾਗ ਵਿੱਚ ਹੀ ਨਹੀਂ ਸੀ ਇਸ ਤਰ੍ਹਾਂ ਦਾ, ਮੈਂ ਸੋਚ ਵੀ ਨਹੀਂ ਸਕਦੀ। ਪਰ ਇਹਨਾਂ ਨੇ ਫਿਰ ਉਸ ਟਾਈਮ ਤੇ ਮੇਰੇ ਘਰਦਿਆਂ ਨੂੰ ਫੋਨ ਕੀਤਾ। ਮੈਨੂੰ ਇੰਨਾ ਜ਼ਿਆਦਾ ਸ਼ਰਮ ਮਹਿਸੂਸ ਹੋ ਰਹੀ ਸੀ ਨਾ ਆਪਣੇ ਮਾਪਿਓ ਤੋਂ, ਆਪਣੇ ਘਰਦਿਆਂ ਤੋਂ, ਕਿ ਕੱਲ ਇਹਨਾਂ ਨੇ ਏਡੇ ਕੀਤੇ ਕਾਰਜ ਵਿਹਾਰ, ਸਾਰਾ ਕੁਝ ਇਹਨਾਂ ਨੂੰ ਦਿੱਤਾ ਹੈਗਾ, ਇੱਕ ਡਿਲੀਵਰੀ ਮੇਰੀ ਕਰਵਾ ਕੇ ਹਟੇ ਹੈ। ਔਰ ਦੁਬਾਰਾ ਅਗਰ ਬਾਈ ਚਾਂਸ ਇਸ ਤਰ੍ਹਾਂ ਦਾ ਕੋਈ ਹੋ ਜਾਂਦਾ ਹਾਦਸਾ ਤਾਂ ਉਹਨੂੰ ਇਹਨਾਂ ਨੇ ਆਪ ਕੁਝ ਤਾਂ ਸੋਲਵ ਕਰਦੇ। ਪਰ ਨਹੀਂ, ਮੇਰੇ ਘਰ ਦੇ ਮੈਨੂੰ ਫਿਰ ਲੈ ਜਾਂਦੇ ਆ। ਮੇਰੇ ਮਾਸੀ ਜੀ ਮੈਨੂੰ ਲੈ ਜਾਂਦੇ ਇਸ ਵਾਰ, ਔਰ ਮੇਰੇ ਮਾਸੀ ਜੀ ਮੇਰਾ ਟ੍ਰੀਟਮੈਂਟ ਕਰਵਾਉਣ ਲਈ ਜਦੋਂ ਲੈ ਕੇ ਜਾਂਦੇ ਆ ਤਾਂ ਪਿੱਛੋਂ ਇਹ ਫੋਨ ਕਰ ਦਿੰਦੇ ਆ। ਪਤਾ ਨਹੀਂ ਇਹਨਾਂ ਦੇ ਦਿਮਾਗ ਵਿੱਚ ਅਚਾਨਕ ਕੀ ਆਉਂਦਾ, ਇਹ ਕੁਝ ਸੋਚਦੇ ਆ, ਇਹ ਆਪਸ ਦੇ ਵਿੱਚ ਡਿਸਕਸ ਕਰਦੇ ਆ, ਜਾਂ ਇਹਨਾਂ ਨੂੰ ਕਿਹਨੇ ਰਹਿ ਦਿੱਤੀ ਕਿ ਇਹ ਮੈਨੂੰ ਫੋਨ ਕਰਦੇ ਆ ਕਿ ਅਬੋਰਸ਼ਨ ਨਹੀਂ ਕਰਵਾਉਣਾ, ਸਾਨੂੰ ਬੱਚਾ ਚਾਹੀਦਾ ਹੈ। ਤਾਂ ਜਦੋਂ ਇਹ ਗੱਲ ਕਹਿ ਦਿੰਦੇ ਆ ਤਾਂ ਮੇਰੇ ਮਾਸੀ ਜੀ ਹੋਰੇ ਕਹਿੰਦੇ ਵੀ ਦੇਖੋ ਪਹਿਲਾਂ ਹੀ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ, ਤਾਂ ਅਸੀਂ ਉਹਨਾਂ ਦੇ ਉੱਪਰ ਦੀ ਹੋ ਕੇ ਅਸੀਂ ਅਬੋਰਸ਼ਨ ਨਹੀਂ ਕਰਵਾ ਸਕਦੇ। ਸ਼ਾਇਦ ਕੱਲ ਨੂੰ ਸਾਨੂੰ ਬਲੇਮ ਕਰਨ ਜਾਂ ਕਿਸੇ ਚੀਜ਼ ਦੇ ਵਿੱਚ ਫਸਾ ਦੇਣ, ਜਾਂ ਸਾਡੀ ਕੁੜੀ ਨੂੰ ਫਸਾ ਦੇਣ, ਤਾਂ ਅਸੀਂ ਨਹੀਂ ਇਹ ਉਹਨਾਂ ਦਾ ਸਹਿਯੋਗ ਹੀ ਕਰਾਂਗੇ। ਤਾਂ ਮੇਰੇ ਘਰਦਿਆਂ ਨੇ ਮੈਨੂੰ ਵੀ ਸਮਝਾਇਆ ਵੀ ਕੋਈ ਗੱਲ ਨਹੀਂ, ਜੋ ਪਰਮਾਤਮਾ ਨੇ ਜਿਹਨੂੰ ਇਸ ਦੁਨੀਆ ਤੇ ਭੇਜਣਾ ਹੁੰਦਾ ਹੈ ਉਹਨੂੰ ਭੇਜ ਕੇ ਰਹਿੰਦਾ ਹੈ, ਤੇ ਇਹਦੇ ਵਿੱਚ ਕੋਈ ਕਿਸੇ ਦਾ ਹੋ ਨਹੀਂ ਹੁੰਦਾ। ਤੈਨੂੰ ਸੰਗਣ ਦੀ ਹੈ, ਸ਼ਰਮ ਮੰਨਣ ਦੀ ਕੋਈ ਲੋੜ ਨਹੀਂ ਹੈ, ਇਹ ਗੋਡ ਗਿਫਟ ਹੈ। ਤਾਂ ਇਹਨੂੰ ਅਸੀਂ ਤੇਰਾ ਸਪੋਰਟ ਕਰਾਂਗੇ, ਗੁੜੀਆ ਨੂੰ ਅਸੀਂ ਪਾਲ ਲਾਂਗੇ, ਤੇਰਾ ਔਖਾ ਸੌਖਾ ਟਾਈਮ ਅਸੀਂ ਲਗਾ ਦਿਆਂਗੇ। ਪਰ ਮੇਰੇ ਜੋ ਮਨ ਦੇ ਵਿੱਚ ਚੱਲ ਰਿਹਾ ਸੀ ਉਹ ਇਹੀ ਸੀ ਕਿ ਮੈਂ ਇਸ ਚੀਜ਼ ਤੋਂ ਮੁਕਤੀ ਪਾਵਾਂ। ਪਰ ਨਹੀਂ, ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ। ਇਸੇ ਤਰ੍ਹਾਂ ਮੇਰੇ 9 ਮਹੀਨੇ ਪੂਰੇ ਹੋ ਗਏ ਜੀ, ਤੇ ਮੈਨੂੰ 7ਵਾਂ ਮਹੀਨਾ ਲੱਗਿਆ, ਮੇਰੇ ਪੇਕੇ ਫਿਰ ਤੋਂ ਲੈ ਗਏ ਮੈਨੂੰ। ਹੁਣ ਫਿਰ ਤੋਂ ਲੈ ਕੇ ਗਏ ਆ ਤਾਂ ਮੈਂ ਮੇਰੇ ਪੇਕਿਆਂ ਦੇ ਘਰ, ਮੇਰੀ ਗੁੜੀਆ ਵੀ ਬਹੁਤ ਛੋਟੀ ਹੈ, ਤੇ ਮੇਰੀ ਗੁੜੀਆ 1 ਸਾਲ ਤੇ 15 ਦਿਨਾਂ ਦੀ ਹੋ ਜਾਂਦੀ ਹੈ ਜਦੋਂ ਮੇਰਾ ਬੇਟਾ ਦੁਬਾਰਾ ਜਨਮ ਲੈ ਲੈਂਦਾ, ਮੈਨੂੰ ਬੇਟਾ ਹੁੰਦਾ ਹੈਗਾ। ਤਾਂ ਮੇਰੇ ਘਰਦਿਆਂ ਨੇ, ਮੈਂ ਹੋਸ਼ ਹੈ, ਮੇਰੇ ਘਰਦਿਆਂ ਨੇ ਇਹਨਾਂ ਨੂੰ ਫੋਨ ਕੀਤਾ ਕਿ ਬੇਟਾ ਹੋਇਆ ਹੈਗਾ। ਤਾਂ ਇਹਨਾਂ ਨੇ ਮੈਨੂੰ ਪਹਿਲਾਂ, ਇੱਥੇ ਮੈਂ ਇੱਕ ਗੱਲ ਭੁੱਲ ਗਈ ਤੁਹਾਡੇ ਨਾਲ,
ਕਿ ਜਦੋਂ ਮੈਨੂੰ ਅਬੋਰਸ਼ਨ ਲਈ ਮੇਰੇ ਮਾਸੀ ਜੀ ਲੈ ਕੇ ਗਏ ਸੀ ਤਾਂ ਇਹਨਾਂ ਨੇ ਫੋਨ ਕਰਿਆ ਸੀ ਕਿ ਤੁਸੀਂ ਟੈਸਟ ਕਰਵਾਓ, ਅਗਰ ਮੁੰਡਾ ਹੈ ਤਾਂ ਅਸੀਂ ਅਬੋਰਸ਼ਨ ਨਹੀਂ ਕਰਵਾਉਣਾ, ਅਗਰ ਕੁੜੀ ਹੈ ਤਾਂ ਤੁਸੀਂ ਇਹਦਾ ਅਬੋਰਸ਼ਨ ਕਰਵਾ ਕੇ ਦਿਓਗੇ ਸਾਨੂੰ। ਤਾਂ ਉਸ ਟਾਈਮ ਤੇ ਦੇਖੋ ਇਹ ਮੇਰਾ ਜੋ ਵੀ ਸੀਗਾ ਕਹਿ ਕਹਾ ਕੇ ਕਿਸੇ ਨੂੰ ਹੁਣ ਤਾਂ ਇਹ ਗੱਲ ਕਰਨੀ ਵੀ ਚਲੋ ਠੀਕ ਨਹੀਂ ਹੈ, ਪਰ ਇਹ ਕਾਫੀ ਸਾਲ ਪੁਰਾਣੀ ਗੱਲ ਹੈ, ਇਸ ਲਈ ਮੈਂ ਮੇਰਾ ਟੈਸਟ ਹੁੰਦਾ ਤਾਂ ਉਹਦੇ ਵਿੱਚ ਪਤਾ ਚੱਲਦਾ ਹੈ ਕਿ ਮੈਨੂੰ ਬੇਟਾ ਹੈ, ਤਾਂ ਇਸ ਲਈ ਫਿਰ ਇਹਨਾਂ ਨੇ ਕਿਹਾ ਕਿ ਨਹੀਂ ਅਬੋਰਸ਼ਨ ਨਹੀਂ ਕਰਵਾਉਣਾਗਾ ਜੇ ਬੇਟਾ ਹੈ ਤਾਂ ਫਿਰ ਮੈਨੂੰ ਉਸ ਟਾਈਮ ਵੀ ਇਹ ਗੱਲ ਬੜੀ ਅਜੀਬ ਲੱਗੀ ਕਿ ਇਹ ਕੁੜੀ ਮੁੰਡੇ ਵਾਲਾ ਉਹੀ ਸਿਸਟਮ ਜੋ ਮੇਰੇ ਨਾਲ ਹੋ ਰਿਹਾ ਸੀਗਾ, ਮੈਨੂੰ ਮੇਰੀ ਦਾਦੀ ਨਹੀਂ ਚਾਹੁੰਦੇ ਸੀ, ਉਹੀ ਸੇਮ ਚੀਜ਼ ਇੱਥੇ ਹੋ ਰਹੀ ਹੈ ਨਾ। ਜੇ ਤੁਸੀਂ ਬੱਚਾ ਰੱਖਣਾ ਤਾਂ ਫਿਰ ਇਹ ਕੀ ਕੁੜੀ ਹੈ ਤਾਂ ਨਹੀਂ ਰੱਖਣੀ, ਅਗਰ ਮੁੰਡਾ ਹੈ ਤਾਂ ਅਸੀਂ ਲੈਣਾ ਹੈ ਬੱਚਾ। ਫਿਰ ਮੈਨੂੰ ਮੇਰੇ ਘਰ ਦੇ ਮਤਲਬ ਜਿਵੇਂ ਮੇਰਾ ਬੇਟਾ ਹੋ ਜਾਂਦਾ ਤੇ ਮੇਰੇ ਅੱਖਾਂ ਦੇ ਸਾਹਮਣੇ ਮੈਨੂੰ ਹੋਸ਼ ਹੈ ਤੇ ਇਹਨਾਂ ਨੂੰ ਫੋਨ ਕਰਦੇ ਆ ਤਾਂ ਇਹਨਾਂ ਵੱਲੋਂ ਇਹਨਾਂ ਨੂੰ ਵਧਾਈਆਂ ਦਿੰਦੇ ਆ, ਤਾਂ ਮੇਰੇ ਹਸਬੰਡ ਤੇ ਮੇਰੀ ਸੱਸ ਵੱਲੋਂ ਕੋਈ ਵੀ ਵਾਪਸ ਵਧਾਈ ਨਹੀਂ ਦਿੱਤੀ ਜਾਂਦੀ। ਸਪੀਕਰ ਤੇ ਫੋਨ ਹੈ ਤਾਂ ਮੇਰਾ ਵੀ ਉਸ ਟਾਈਮ ਤੇ ਮਨ ਟੁੱਟ ਗਿਆ, ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗ ਰਿਹਾ ਸੀ ਕਿ ਹੁਣ ਤਾਂ ਮੇਰੇ ਬੇਟਾ ਵੀ ਹੋ ਗਿਆ, ਇਹਨਾਂ ਨੂੰ ਫਿਰ ਵੀ ਖੁਸ਼ੀ ਨਹੀਂ ਹੋਈ। ਔਰ ਮੇਰੀ ਜਿਹੜੀ ਬੇਟੀ ਸੀ ਉਸ ਟਾਈਮ ਤੇ ਆਪਣੀ ਨਾਨੀ ਨਾਲ ਅਟੈਚ ਹੋ ਗਈ ਸੀ, ਮੇਰੀ ਮੰਮੀ ਨਾਲ ਜ਼ਿਆਦਾ ਪਿਆਰ ਹੋ ਗਿਆ ਸੀਗਾ ਮੇਰੀ ਗੁੜੀਆ ਦਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ 2-4 ਮਹੀਨੇ ਗੁੜੀਆ ਨੂੰ ਰੱਖਾਂਗੇ, ਜਿੰਨਾ ਚਿਰ ਇਹਦੇ ਬੱਚੇ ਦੋਨੋਂ ਛੋਟੇ ਨੇ ਤਾਂ ਅਸੀਂ ਮੰਨ ਲਓ ਇਹਦਾ ਸਹਿਯੋਗ ਕਰਾਂਗੇ। ਤਾਂ ਗੁੜੀਆ ਨਾਨੀ ਨਾਲ ਅਟੈਚ ਹੋ ਗਈ ਥੋੜੀ ਜੀ, ਮੈਨੂੰ ਵੀ ਚਲੋ ਰਾਹਤ ਮਿਲੀ। ਤੇ ਮੇਰਾ ਬੇਟਾ ਹੋ ਗਿਆ, ਬੇਟੇ ਦੀ ਇਹਨਾਂ ਨੇ ਕੋਈ ਵਧਾਈ ਨਹੀਂ, ਕੁਝ ਨਹੀਂ, ਮੇਰੇ ਬੇਟੇ ਨੂੰ ਦੇਖਣ ਨਹੀਂ ਆਏ। ਮੈਨੂੰ ਚੌਥਾ ਦਿਨ ਹੋ ਜਾਂਦਾ ਹੈ, ਮੇਰਾ ਬੇਟਾ 4 ਦਿਨ ਦਾ ਹੋ ਜਾਂਦਾ ਤੇ ਡਾਕਟਰ ਕਹਿੰਦੇ ਆ ਕਿ ਇਹਨੂੰ ਪੀਲੀਆ ਬਹੁਤ ਜ਼ਿਆਦਾ ਹੋ ਗਿਆ ਤੇ 1-2 ਹੋਰ ਵੀ ਪ੍ਰੋਬਲਮਸ ਆਈਆਂ, ਕਿਉਂਕਿ ਜਿਹੜਾ ਬੱਚਾ ਟੈਸਟ ਕਰਵਾਇਆ ਹੁੰਦਾ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕਾਮਨ ਪ੍ਰੋਬਲਮਸ ਆ ਜਾਂਦੀਆਂ। ਤਾਂ ਜਦੋਂ ਬੇਟਾ ਇਸ ਤਰ੍ਹਾਂ ਬਿਮਾਰ ਹੋਇਆ ਤਾਂ ਹਸਪੀਟਲ ਦੇ ਵਿੱਚ ਡਾਕਟਰਸ ਨੇ ਐਡਮਿਟ ਕੀਤਾ, ਤਾਂ ਇਹਨਾਂ ਨੂੰ ਫੋਨ ਕੀਤਾ ਭਾਈ ਵੀ ਤੁਹਾਡਾ ਜਿਹੜਾ ਬੱਚਾ ਹੈਗਾ ਵੀ ਉਹ ਬਿਮਾਰ ਹੈ ਤੇ ਐਡਮਿਟ ਹੈ। ਤਾਂ ਉਸ ਟਾਈਮ ਤੇ ਵੀ ਮੇਰੇ ਹਸਬੈਂਡ ਮੇਰੇ ਬੇਟੇ ਨੂੰ ਦੇਖਣ ਨਹੀਂ ਆਏ। ਮੇਰੀ ਸੱਸ ਨੇ ਇਹ ਕਹਿ ਕੇ ਨਹੀਂ ਆਣ ਦਿੱਤਾ, ਕਹਿੰਦੇ ਕਿ ਮੁੰਡਾ ਗੰਢ ਮੂਲ ਦੇ ਵਿੱਚ ਹੋਇਆ ਤੇ 40 ਦਿਨਾਂ ਤੱਕ ਆਪਣੇ ਪਿਓ ਦੇ ਮੱਥੇ ਨਹੀਂ ਲੱਗੇਗਾ। ਅੰਧ ਵਿਸ਼ਵਾਸ ਦੇ ਵਿੱਚ ਇੰਨੇ ਜਕੜੇ ਹੋਏ ਆ, ਇਹ ਸਿਰਫ ਮੇਰੇ ਲਈ ਸੀ ਅੰਧ ਵਿਸ਼ਵਾਸ। ਪਤਾ ਨਹੀਂ ਉਹ ਮੇਰੇ ਹਸਬੈਂਡ ਨੂੰ ਉਸ ਟਾਈਮ ਤੇ ਮੇਰੇ ਕੋਲ ਆਉਣ ਨਹੀਂ ਦੇਣਾ ਚਾਹੁੰਦੇ ਸੀ। ਮੇਰੇ ਉਸ ਟਾਈਮ ਦੇ ਵਿੱਚ, ਉਸ ਸਮੇਂ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਮੈਨੂੰ ਮੇਰੇ ਹਸਬੈਂਡ ਦੀ ਲੋੜ ਸੀ, ਉਸ ਟਾਈਮ ਤੇ ਉਹ ਮੇਰੇ ਨਾਲ ਨਹੀਂ ਰਹਿਣ ਦੇਣਾ ਚਾਹੁੰਦੇ ਸੀ, ਇਸ ਲਈ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਇੱਕ ਬਹਾਨਾ ਘੜਿਆ। ਤਾਂ ਹੁਣ ਜੀ ਜਦੋਂ ਮੇਰੇ ਹਸਬੈਂਡ ਨਹੀਂ ਆਉਂਦੇ ਤਾਂ ਮੇਰੀ ਸੱਸ ਤੇ ਮੇਰਾ ਸਹੁਰਾ 5ਵੇਂ ਦਿਨ ਆਉਂਦੇ ਆ ਤੇ ਆ ਕੇ ਮੇਰੇ ਬੱਚੇ ਦਾ ਪਤਾ ਲੈਣ ਆਉਂਦੇ ਹਸਪੀਟਲ ਦੇ ਵਿੱਚ। ਤੇ ਯਕੀਨ ਮੰਨਿਓ ਤੁਸੀਂ, ਮੇਰੇ ਇੱਥੋਂ ਦਾਈ ਗਏ ਹੋਏ ਸੀ ਨਾਲ, ਮੇਰੇ ਨਾਨਕੇ ਪਿੰਡ ਤੋਂ ਦਾਈ ਮੇਰੇ ਨਾਲ ਹਸਪੀਟਲ ਦੇ ਵਿੱਚ ਕੇਅਰ ਕਰਨ ਲਈ। ਤਾਂ ਉਹਨਾਂ ਨੇ ਜਿਵੇਂ ਦੇਖਿਆ ਕਿ ਬੱਚਾ ਪਿੰਗੇ ਦੇ ਵਿੱਚ ਭੰਗੂੜੇ 'ਚ ਪਿਆ ਹੋਇਆ ਨਾਲ, ਤੇ ਮੇਰੀ ਸੱਸ ਮੇਰੇ ਬੈੱਡ ਦੇ ਮੇਰੇ ਪੈਰਾਂ ਵਾਲੀ ਸਾਈਡ ਬੈਠ ਜਾਂਦੇ ਤੇ ਮੇਰਾ ਸਹੁਰਾ ਸਾਹਿਬ ਸਾਹਮਣੇ ਚੇਅਰ ਤੇ ਬੈਠ ਜਾਂਦੇ। ਨਾ ਤਾਂ ਉਹਨਾਂ ਨੇ ਮੇਰਾ ਬੇਟਾ ਦੇਖਿਆ, ਨਾ ਉਹਨਾਂ ਨੇ ਕੋਈ ਵੀ ਵਧਾਈਆਂ ਦਿੱਤੀਆਂ, ਨਾ ਖੁਸ਼ੀ ਰਿਐਕਟ ਕੀਤੀ। ਤਾਂ ਦਾਈ ਹੁੰਦੀ ਹੈ ਜਿਹੜੀ, ਉਹ ਮੇਰਾ ਬੇਟਾ ਚੱਕ ਕੇ ਮੇਰੀ ਸੱਸ ਦੇ ਕੋਲ ਰੱਖਦੀ ਹੈ ਬੁੱਕਲ ਦੇ ਵਿੱਚ। ਉਹ ਨਾਲੇ ਉਹ ਇਦਾਂ ਕਹਿੰਦੇ ਆ ਕਿ ਭੈਣ ਜੀ ਤੁਸੀਂ ਬੇਟੇ ਹੋਏ ਦੀ ਖੁਸ਼ੀ ਕਿਉਂ ਨਹੀਂ ਮਨਾਈ, ਤੁਹਾਡੇ ਤਾਂ ਪੋਤਾ ਹੋਇਆ ਤੇ ਤੁਸੀਂ ਤਾਂ ਖੁਸ਼ੀ ਨਾਲ ਝੂਮ ਉੱਠਣਾ ਸੀਗਾ ਤੇ ਤੁਸੀਂ ਇਸ ਤਰ੍ਹਾਂ ਕੋ ਬੈਠੇ ਜਿਵੇਂ ਅਫਸੋਸ ਤੇ ਆਏ ਹੁੰਨੇ ਆ। ਤਾਂ ਮੇਰੀ ਸੱਸ ਕਹਿੰਦੀ ਨਹੀਂ, ਮੇਰੀ ਬਾਹ ਦੇ ਵਿੱਚ ਦਰਦ ਹੈ, ਮੇਰੇ ਗੁੱਟ 'ਚ ਦਰਦ ਹੈ, ਮੈਥੋਂ ਚੱਕ ਨਹੀਂ ਹੋਣਾ ਬੱਚਾ। ਤਾਂ ਇਹ ਗੱਲ ਜਿਹੜੀ ਸੀਗੀ, ਇਹ ਮੈਨੂੰ ਬਹੁਤ ਝੰਜੋੜ ਦੇਣ ਵਾਲੀ ਗੱਲ ਸੀ ਕਿ ਮੇਰੀ ਸੱਸ ਮੇਰੇ ਬੱਚਿਆਂ ਤੇ, ਮੇਰੇ ਬੱਚੇ ਪੈਦਾ ਹੋਣ ਤੇ ਬਿਲਕੁਲ ਵੀ ਖੁਸ਼ ਨਹੀਂ ਹੈ, ਉਹਨਾਂ ਨੂੰ ਮੇਰੇ ਬੱਚਿਆਂ ਨਾਲ ਕੋਈ ਲਗਾਵ ਹੀ ਨਹੀਂ ਹੈ। ਤਾਂ ਦਾਈ ਨੇ ਵਾਪਸ ਬੱਚਾ ਭੰਗੂੜੇ 'ਚ ਰੱਖਤਾ ਤੇ ਨਾਲੇ ਮੇਰੀ ਦਾਈ ਨੇ ਮਤਲਬ ਮੇਰੀ ਸੱਸ ਨੂੰ ਇਹ ਗੱਲ ਕਹੀ ਕਿ ਇਸ ਟਾਈਮ ਤੇ ਤਾਂ ਬੰਦਾ ਮੌਤ ਦੇ ਮੂੰਹ ਚੋਂ ਵੀ ਵਾਪਸ ਨਿਕਲ ਆਉਂਦਾ ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਕਿ ਤੁਹਾਡਾ ਪੋਤਾ ਸਾਹਮਣੇ ਪਿਆ ਔਰ ਤੁਹਾਡੇ ਲਈ ਤੁਹਾਡਾ ਹੱਥ ਏਡਾ ਇੰਪੋਰਟੈਂਟ ਹੋ ਗਿਆ। ਇੰਨਾ ਕਿੰਨਾ ਕੁ ਦਰਦ ਹੋ ਰਿਹਾ ਹੈਗਾ ਵੀ ਇਸ ਟਾਈਮ ਤੇ ਤਾਂ ਟੁੱਟੀਆਂ ਹੱਡੀਆਂ ਵੀ ਜੁੜ ਜਾਂਦੀਆਂ ਆਪਣਾ ਪੋਤਾ ਪੋਤੀ ਚੱਕ ਕੇ। ਤਾਂ ਮੇਰੀ ਸੱਸ ਦਾ ਕੋਈ ਰਿਐਕਟ ਨਹੀਂ ਸੀ ਉਸ ਟਾਈਮ ਤੇ, ਕੋਈ ਹਾਂ ਨਹੀਂ ਸੀ, ਕੋਈ ਨਾ ਨਹੀਂ ਸੀ। ਔਰ ਜਦੋਂ ਮੇਰੇ ਸੱਸ ਬਸ ਘੰਟਾ ਕੇ ਮੇਰੇ ਕੋਲ ਬੈਠੇ ਆ ਔਰ ਮੇਰੇ ਬੱਚੇ ਨੂੰ 100 ਰੁਪਏ ਦਾ ਸ਼ਗਨ ਦੇ ਕੇ ਉੱਥੋਂ ਚੱਲ ਰਹੇ ਆ, ਤਾਂ ਦਾਈ ਬੜੀ ਹੈਰਾਨ ਹੁੰਦੀ ਹੈ। ਦਾਈ ਉਹਨਾਂ ਦੀਆਂ ਹਰਕਤਾਂ ਦੇਖ ਚੁੱਕੀ ਸੀ, ਹੁਣ ਉਹਨਾਂ ਤੋਂ ਕੀ ਵਧਾਈ ਮੰਗੇ ਕਿ ਜਿਹੜੇ ਆਪਣੇ ਪੋਤਾ ਹੋਏ ਤੇ ਨਹੀਂ ਖੁਸ਼ੀ ਮਨਾ ਰਹੇ, ਇਹਨਾਂ ਤੋਂ ਕੀ ਵਧਾਈ। ਜੋ ਆਪਣੇ ਪੋਤੇ ਨੂੰ 100 ਰੁਪਇਆ ਦੇ ਕੇ ਗਏ ਸ਼ਗਨ 'ਚ, ਉਹ ਮੈਨੂੰ ਕੀ ਦੇਣਗੇ। ਤਾਂ ਦਾਈ ਨੇ ਜਿਵੇਂ ਉਹਨਾਂ ਨੂੰ ਕਿਹਾ ਕਿ ਚਲੋ ਭੈਣ ਜੀ ਵੈਸੇ ਤਾਂ ਖੁਸ਼ੀ ਦਾ ਦਿਨ ਹੈ, ਜੋ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਦੇ ਜੋ, ਪਰ ਇਹਨਾਂ ਨੇ ਦਾਈ ਨੂੰ ਕੁਝ ਨਹੀਂ ਦਿੱਤਾ। ਹੁਣ ਦਾਈ ਨੇ ਆ ਕੇ ਪਿੰਡ 'ਚ ਵੀ ਇਹ ਗੱਲਾਂ ਕਰਨੀਆਂ ਵੀ, ਕਿਉਂਕਿ ਉਹ ਦਾਈ ਨੇ ਤਾਂ ਸਭ ਦੇ ਘਰ ਜਾਣਾ, ਉਹ ਪਿੰਡ ਦੀ ਸੀ ਦਾਈ। ਤਾਂ ਪਿੰਡ ਦੇ ਵਿੱਚ ਵੀ ਸਾਰੇ ਇਹ ਗੱਲ ਫੈਲ ਗਈ ਕਿ ਮੇਰੇ ਸਹੁਰਿਆਂ ਦਾ ਜਿਹੜਾ ਸੁਭਾਅ ਹੈ ਉਹ ਇਸ ਤਰ੍ਹਾਂ ਹੈ, ਪਤਾ ਨਹੀਂ ਉਹਨਾਂ ਨੂੰ ਕਿਸ ਚੀਜ਼ ਦਾ ਮਤਲਬ ਸਾਡੇ ਨਾਲ ਰੋਸ਼ ਹੈ। ਹਾਂਜੀ, ਤੇ ਅਸੀਂ ਮੇਰੇ ਬੇਟੇ ਨੂੰ ਲੈ ਕੇ ਘਰੇ ਆ ਗਏ ਹਸਪੀਟਲ ਤੋਂ। ਤੇ ਚਲੋ ਜੀ, ਅੱਗੇ ਦੀ ਕਹਾਣੀ ਆਪਾਂ ਅਗਲੇ ਪਾਰਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੀਡੀਓ ਬਹੁਤ ਲੰਬੀ ਹੋ ਗਈ ਹੈ
ਤੇ ਸਾਰੇ ਜਣੇ ਵੀਡੀਓ ਨੂੰ ਦੇਖਿਓ, ਵਾਚ ਕਰਿਓ ਪੂਰਾ ਤੇ ਪਲੀਜ਼ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਰੇ ਆਪਣਾ ਬਹੁਤ ਸਾਰਾ ਧਿਆਨ ਰੱਖਿਓ। ਮਿਲਦੇ ਹਾਂ ਜੀ ਆਪਾਂ ਨਵੀਂ ਇੱਕ ਵੀਡੀਓ ਦੇ ਵਿੱਚ।